ਸਿੱਖਾਂ ਨੂੰ ਉਹਨਾਂ ਦੇ ਸ਼ਸਤਰ ਜਿਹੜੇ ਨੇ ਉਹਨਾਂ ਦੇ ਅੰਗ ਉਹ ਲਿਜਾਣ ਤੋਂ ਰੋਕਿਆ ਜਾਂਦਾ ਹੈ। ਬਹੁਤ ਸਾਰੇ ਪੇਪਰਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਹੁਣ ਜਿਹੜਾ ਕੜਾ ਹੈ ਇੱਕ ਅੰਮ੍ਰਿਤਧਾਰੀ ਸਿੱਖ ਦਾ ਕਕਾਰ ਹੁੰਦਾ ਉਹਨੂੰ ਪਾ ਕੇ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ। ਆ ਬੇਟੇ ਕੜਾ ਦਿਖਾਓ ਕਿਹੜਾ ਤੁਹਾਡਾ ਉਤਰਵਾ ਰਹੇ ਹੈ। ਆਹ ਕੜਾ ਹੈ ਜੀ, ਆ ਇਹਦਾ ਕੜਾ ਉਤਰਵਾ ਰਹੇ ਹੈ। ਹੁਣ ਰੋਜ਼ਾਨਾ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਕਿਤੇ ਕਿਸੇ ਸਰਕਾਰੀ ਟੈਸਟ ਦੌਰਾਨ ਵੀ ਤੁਹਾਨੂੰ ਕਹਿਤਾ ਵੀ ਕਿਰਪਾਨ ਪਾਈ ਅੰਦਰ ਨਹੀਂ ਜਾਣ ਦਿੱਤਾ ਜਾਊਗਾ, ਤੁਹਾਡੇ ਕੜਾ ਪਾਇਆ ਤੁਸੀਂ ਪੇਪਰ ਨਹੀਂ ਦੇ ਸਕਦੇ। ਤਾਂ ਕਿ ਪੰਜਾਬ ਦੇ ਵਿੱਚ ਪਟਵਾਰੀ ਦੀ ਪ੍ਰੀਖਿਆ ਦੌਰਾਨ ਜਾਂ ਹੋਰ ਕੁਝ ਪ੍ਰੀਖਿਆ ਦੌਰਾਨ ਕਿਰਪਾਨ 'ਤੇ ਰੋਕ ਲੱਗੀ। ਦਿੱਲੀ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਕਿ ਭਾਰਤੀ ਕਾਨੂੰਨ ਦੇ ਅਧੀਨ ਕੁਝ ਇਸ ਤਰ੍ਹਾਂ ਦੀ ਰੋਕ ਹੈ ਜਾਂ ਵਾਜਬ ਹੈ ਜਾਂ ਕੀ ਹੈ? ਪਹਿਲਾ ਕਲੌਜ਼ ਹੈ ਉਹ ਆਂਦਾ ਸਬਜੈਕਟ ਟੂ ਪਬਲਿਕ ਆਰਡਰ, ਮੋਰੈਲਿਟੀ ਐਂਡ ਹੈਲਥ ਐਂਡ ਟੂ ਦ ਅਦਰ ਪ੍ਰੋਵੀਜ਼ਨਸ ਆਫ ਦਿਸ ਪਾਰਟ, ਆਲ ਪਰਸਨਸ ਆਰ ਇਕੁਅਲੀ entitled to freedom of conscience and the right freely to profess, practice and propagate religion। ਇਹ 17 ਆਂਦੀਆਂ ਨੇ ਵੀ ਜੋ ਹਰੇਕ ਬੰਦਾ ਉਹਨੂੰ ਬਰਾਬਰ ਦਾ ਹੱਕ ਹੈ ਵੀ ਉਹ ਆਪਦੇ ਜੋ ਧਰਮ ਦੇ ਵਿੱਚ ਪਰਪੱਖ ਹੋ ਸਕਦਾ, ਆਪਦੇ ਧਰਮ ਨੂੰ ਵਧਾ ਫਲਾ ਸਕਦਾ। ਇਸੇ ਆਰਟੀਕਲ 25 ਦਾ ਜੋ ਐਕਸਪਲੇਨੇਸ਼ਨ 1 ਹੈ ਉਹ ਕਹਿੰਦੀ ਹੈ ਵੀ the wearing and carrying of kirpans shall be deemed to be included in the profession of the Sikh religion। ਵੀ ਜੋ ਐਕਸਪਲੇਨੇਸ਼ਨ ਇੱਕ ਆਂਦੀ ਹੈ ਵੀ ਜੋ ਕਿਰਪਾਨ ਨੂੰ ਕੈਰੀ ਕਰਨਾ, ਲੈ ਕੇ ਜਾਣਾ ਆਪਦੇ ਨਾਲ ਸਿੱਖ ਧਰਮ ਦਾ ਇੱਕ ਅੰਗ ਹੈ ਜਿਸ ਨੂੰ ਪਾਸੇ ਨਹੀਂ ਕੀਤਾ ਜਾ ਸਕਦਾ। ਇਹ ਫੰਡਾਮੈਂਟਲ ਰਾਈਟ ਦਾ ਪਾਰਟ ਹੈ। ਜੋ ਬੇਸਿਕ ਰਾਈਟ ਨੇ ਸੰਵਿਧਾਨਕ ਨੇ। ਫੰਡਾਮੈਂਟਲ ਰਾਈਟ ਤੇ ਕੋਈ ਰੋਕ ਲਾਉਣੀ ਹੋਵੇ ਇਕੱਲੀ ਸਰਕਾਰ ਇੱਕ ਪਾਰਲੀਮੈਂਟ 'ਚ ਕਾਨੂੰਨ ਪਾਸ ਕਰਕੇ ਫੰਡਾਮੈਂਟਲ ਰਾਈਟ ਤੇ ਰੋਕ ਲਾ ਸਕਦੀ ਹੈ। ਵੈਸੇ ਫੰਡਾਮੈਂਟਲ ਰਾਈਟ ਤੇ ਰੋਕ ਨਹੀਂ ਲਾ ਸਕਦੀ। ਤੇ ਅੱਜ ਤੁਸੀਂ ਦੇਖ ਲਓ ਨਿੱਕੇ ਮੋਟੇ ਕਾਲਜਾਂ ਵਾਲੇ, ਯੂਨੀਵਰਸਿਟੀਜ਼ ਵਾਲੇ, ਨਿੱਕੇ ਮੋਟੇ ਬੈਂਕਾਂ ਵਾਲੇ ਰੋਕਾਂ ਲਾਈ ਜਾਂਦੇ ਨੇ ਜਿਸ ਤੇ ਹੱਕ ਹੀ ਇਕੱਲਾ ਪਾਰਲੀਮੈਂਟ ਦਾ ਰੋਕ ਲਾਉਣ ਦਾ। ਪੇਪਰ ਤੋਂ ਪਹਿਲਾਂ ਇੱਕ ਇਹੋ ਜਿਹਾ ਐਟਮੋਸਫੀਅਰ ਬਣਾਇਆ ਜਾਂਦਾ ਵੀ ਜਿਨ੍ਹਾਂ ਨੂੰ ਸਿੱਖਾਂ ਨੂੰ ਇੱਕ ਮੈਂਟਲ ਸਟ੍ਰੈਸ ਦੇ ਥੱਲੇ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਮੈਂਟਲ ਸਟ੍ਰੈਸ ਥੱਲੇ ਲਿਆਇਆ ਜਾਂਦਾ। ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੇ ਲਿਖਿਆ ਸਪੀਕਰ ਜਦੋਂ ਪਾਰਲੀਮੈਂਟ 'ਚ ਉਹਨਾਂ ਨੂੰ ਕਿਰਪਾਨ ਲੈ ਕੇ ਜਾਣ ਤੋਂ ਮਨਾ ਕਰਦਾ, ਉਹਨਾਂ ਨੇ ਉਸ ਸਮੇਂ ਦੇ ਸਪੀਕਰ ਨੂੰ ਲਿਖਿਆ ਵੀ ਕਿਹੜੇ ਕਾਨੂੰਨ ਤਹਿਤ, ਕਿਹੜੀ ਧਾਰਾ ਤਹਿਤ ਤੁਸੀਂ ਮੈਨੂੰ ਕਿਰਪਾਨ ਲੈ ਕੇ ਜਾਣ ਤੋਂ ਰੋਕ ਰਹੇ ਹੋ, ਜਦੋਂ ਭਾਰਤ ਦਾ ਸੰਵਿਧਾਨ ਆਉਂਦਾ ਵੀ ਤੁਸੀਂ ਕਿਰਪਾਨ ਸਿਮਰਨਜੀਤ ਸਿੰਘ ਮਾਨ ਕਿਤੇ ਵੀ ਲੈ ਕੇ ਜਾ ਸਕਦਾ। ਉਸ ਗੱਲ ਨੂੰ ਅੱਜ 20-22 ਸਾਲ ਹੋ ਚੁੱਕੇ ਨੇ, ਹਾਲੇ ਤੱਕ ਉਹ ਸਪੀਕਰ ਦਾ ਕੋਈ ਜਵਾਬ ਨਹੀਂ ਆਇਆ ਪਾਰਲੀਮੈਂਟ 'ਚੋਂ ਵੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੂੰ ਕਿਹੜੀ ਧਾਰਾ, ਕਿਹੜੇ ਕਾਨੂੰਨ ਤਹਿਤ ਪਾਰਲੀਮੈਂਟ ਕਿਰਪਾਨ ਨਹੀਂ ਲੈ ਕੇ ਜਾਣ ਦਿੱਤੀ, ਕਿਉਂਕਿ ਜਵਾਬ ਹੈ ਹੀ ਕੋਈ ਨਹੀਂ। ਗੱਲ ਹੈ ਵੀ ਜੋ ਭਾਰਤ 'ਚ ਆਂਦੇ ਨੇ ਵੀ ਭਾਰਤ 'ਚ ਰੂਲ ਆਫ ਲਾਅ ਹੈ। ਮੈਂ ਸਮਝਦਾ ਭਾਰਤ 'ਚ ਰੂਲ ਆਫ ਲਾਅ ਨਹੀਂ, ਭਾਰਤ 'ਚ ਲਾਅ ਆਫ ਰੂਲਰਸ ਹੈ। ਵੀ ਇੱਥੇ ਕੋਈ ਆਪਾਂ ਕਹੀਏ ਵੀ ਕਿਸੇ ਬੰਦੇ ਲਈ ਕੋਈ ਸੰਵਿਧਾਨ ਨਹੀਂ। ਜੋ ਹਾਕਮ ਨੇ ਕਹਿਤਾ, ਜੋ ਮੌਕੇ ਦੇ ਅਫਸਰ ਨੇ ਕਹਿਤਾ ਉਹੀ ਕੁਝ ਹੋਣਾ। ਮੌਕੇ ਦੇ ਅਫਸਰ ਨੇ ਕਹਿਤਾ ਵੀ ਤੁਸੀਂ ਇਸ ਬੰਦੇ ਨੂੰ ਜੇਲ੍ਹ ਤਸ਼ੱਦਦ ਕਰੋ, ਇਹਦੀਆਂ ਲੱਤਾਂ ਬਾਹਾਂ ਤੋੜ ਦਿਓ, ਇਹਦੇ ਕੇਸ ਕਰ ਦਿਓ, ਉਵੇਂ ਹੀ ਹੋਣਾ। ਮੌਕੇ ਦੇ ਲੀਡਰ ਨੇ ਕਹਿਤਾ ਵੀ ਇਹ ਸਿੱਖ ਸੰਗਤਾਂ ਸ਼ਾਂਤਮਈ ਬੈਠੀਆਂ ਨੇ, ਇਹਨਾਂ ਤੇ ਗੋਲੀਆਂ ਚਲਾ ਦਿਓ, ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮੰਗਦੇ ਨੇ, ਉਹਨਾਂ ਦੇ ਕਤਲ ਹੀ ਹੋਣੇ ਆ। ਮੌਕੇ ਦੇ ਅਫਸਰ ਨੇ, ਮੌਕੇ ਦੇ ਲੀਡਰ ਨੇ ਕਹਿਤਾ ਵੀ ਤੁਸੀਂ ਦਿੱਲੀ ਦੇ ਗੁਰੂ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਨੂੰ ਉੱਪਰ ਉਛਾਲ ਕੇ ਅੱਗਾਂ ਲਾ ਦਿਓ, ਸਿੱਖਾਂ ਦੀਆਂ ਜਨਾਨੀਆਂ ਨੂੰ ਨੰਗੇ ਭਜਾਓ ਸੜਕਾਂ ਦੇ ਉੱਪਰ, ਇਹਨਾਂ ਦੀ ਬੇਇੱਜ਼ਤੀ ਕਰੋ, ਸਿੱਖ ਨੌਜਵਾਨਾਂ ਦੇ ਗਲਾਂ 'ਚ ਟਾਇਰ ਪਾਓ। ਜੇ ਮੌਕੇ ਦੇ ਲੀਡਰਾਂ ਨੇ ਕਹਿਤਾ ਤੇ ਉਹੀ ਹੋਣਾ। ਇੱਥੇ ਕਾਨੂੰਨ ਤਾਂ ਹੈ ਹੀ ਕੋਈ। ਅੱਜ ਇਹਨਾਂ ਦੇ ਜਿਹੜੇ ਚਿਹਰੇ ਨੇ ਨਾ, ਇਹ ਜਿਹੜੇ ਫਲਾਈਟਾਂ ਵਾਲੇ ਨੇ, ਮੈਟਰੋ ਵਾਲੇ ਨੇ, ਸਕੂਲਾਂ ਕਾਲਜਾਂ ਵਾਲੇ ਨੇ, ਅਫਗਾਨੀਆਂ ਨਾਲ ਰਲਣੇ ਸੀ ਇਹਨਾਂ ਦੇ ਚਿਹਰੇ। ਅਫਗਾਨੀਆਂ ਨੇ ਇਹਨਾਂ ਦੀ ਨਸਲ ਬਦਲ ਦੇਣੀ ਸੀ। ਕਿਤੇ ਮਹਾਰਾਜਾ ਰਣਜੀਤ ਸਿੰਘ ਨੇ ਸਰਕਾਰ ਖਾਲਸਾ ਬਣਾ ਕੇ ਜੋ ਸ਼ਸਤਰ ਨਾ ਚੁੱਕੇ ਹੁੰਦੇ। ਜੇ ਅਸੀਂ ਦਾਅਵਾ ਰੱਖ ਸਕਦੇ ਹਾਂ ਨਾ ਖਾਲਸਾ ਰਾਜ ਦਾ, ਉਹ ਦਾਅਵਾ ਸਾਡੀ ਹਿਸਟਰੀ ਨਾਲ, ਸਾਡੀ ਵਿਲੱਖਣਤਾ ਨਾਲ, ਇਹਨਾਂ ਚੀਜ਼ਾਂ ਦੇ ਬੇਸਿਸ ਤੇ, ਜਿਹੜੀ ਸਾਡੇ ਜੂਝਣ ਵਾਲੀ ਹਿਸਟਰੀ, ਇਹਨਾਂ ਚੀਜ਼ਾਂ ਦੇ ਬੇਸਿਸ ਅਸੀਂ ਖਾਲਸਾ ਰਾਜ ਦਾ ਦਾਅਵਾ ਰੱਖ ਸਕਦੇ ਹਾਂ। ਐਂ ਫੋਕੀਆਂ ਗੱਲਾਂ ਨਾਲ ਦਾਅਵੇ ਨਹੀਂ ਰੱਖ ਸਕਦੇ। ਤਾਂ ਲੜੋ, ਸੰਘਰਸ਼ ਕਰੋ, ਆਪਦੀ ਆਈਡੈਂਟਿਟੀ ਲਈ ਜੂਝੋ। ਇਹੀ ਮੇਰੀ ਬੇਨਤੀ ਸਾਰੇ ਦਰਸ਼ਕਾਂ ਨੂੰ। ਭਾਰਤ ਇੱਕ ਧਰਮ ਨਿਰਪੱਖ ਮੁਲਕ ਕਿਹਾ ਜਾਂਦਾ ਹੈ। ਭਾਰਤ ਦੇ ਵਿੱਚ ਪੇਪਰਾਂ ਦਰਮਿਆਨ, ਮੈਟਰੋ ਦੇ ਚੜ੍ਹਨ ਸਮੇਂ, ਕੁਛ ਟੈਸਟਾਂ ਦੌਰਾਨ, ਕੁਛ ਖਾਸ ਦਫ਼ਤਰਾਂ ਦੇ ਵਿੱਚ ਐਂਟਰੀ ਦੇ ਉੱਤੇ ਸਿੱਖਾਂ ਨੂੰ ਉਹਨਾਂ ਦੇ ਸ਼ਸਤਰ ਜਿਹੜੇ ਨੇ ਉਹਨਾਂ ਦੇ ਅੰਗ ਉਹ ਲਿਜਾਣ ਤੋਂ ਰੋਕਿਆ ਜਾਂਦਾ ਹੈ। ਬਹੁਤ ਸਾਰੇ ਪੇਪਰਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਹੁਣ ਜਿਹੜਾ ਕੜਾ ਹੈ ਇੱਕ ਅੰਮ੍ਰਿਤਧਾਰੀ ਸਿੱਖ ਦਾ ਕਕਾਰ ਹੁੰਦਾ ਉਹਨੂੰ ਪਾ ਕੇ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ। ਜਾਂ ਕਿਹਾ ਜਾਂਦਾ ਵੀ ਇਹਦੇ 'ਤੇ ਟੇਪ ਲਗਾ ਲਓ ਜਾਂ ਸ਼ਸਤਰ ਕਿਰਪਾਨ ਜਿਹੜੀ ਹੈ ਤੁਸੀਂ ਬਾਹਰ ਰੱਖੋ। ਪਰ ਕੀ ਇਹ ਕੋਈ ਕਾਨੂੰਨ ਭਾਰਤ ਦਾ ਇਸ ਚੀਜ਼ ਨੂੰ ਅਲਾਉ ਕਰਦਾ ਹੈ ਕਿ ਕਿਸੇ ਕਾਨੂੰਨ ਅਧੀਨ ਇਹ ਰੋਕ ਆਉਂਦੀ ਹੈ ਜਾਂ ਨਹੀਂ? ਅਸੀਂ ਇਸ ਬਾਰੇ ਅੱਜ ਪਹਿਲੀ ਵਾਰ ਮਨੁੱਖੀ ਅਧਿਕਾਰ ਕਮਿਸ਼ਨ
ਦਲ ਖਾਲਸਾ ਦੇ ਪੰਜਾਬ ਆਗੂ ਵਕੀਲ ਇਮਾਨ ਸਿੰਘ ਖਾਰਾ ਦੇ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਹਾਲਾਂਕਿ ਪਹਿਲਾਂ ਵੀ ਕਿਤੇ ਨਾ ਕਿਤੇ ਹੁੰਦਾ ਸੀਗਾ, ਮਾੜਾ ਮੋਟਾ ਘੱਟ ਹੁੰਦਾ ਸੀ, ਹੁਣ ਰੋਜ਼ਾਨਾ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਕਿਤੇ ਕਿਸੇ ਸਰਕਾਰੀ ਟੈਸਟ ਦੌਰਾਨ ਵੀ ਤੁਹਾਨੂੰ ਕਹਿਤਾ ਵੀ ਕਿਰਪਾਨ ਪਾਈ ਅੰਦਰ ਨਹੀਂ ਜਾਣ ਦਿੱਤਾ ਜਾਊਗਾ, ਤੁਹਾਡੇ ਕੜਾ ਪਾਇਆ ਤੁਸੀਂ ਪੇਪਰ ਨਹੀਂ ਦੇ ਸਕਦੇ। ਤਾਂ ਕਿ ਪੰਜਾਬ ਦੇ ਵਿੱਚ ਪਟਵਾਰੀ ਦੀ ਪ੍ਰੀਖਿਆ ਦੌਰਾਨ ਜਾਂ ਹੋਰ ਕੁਝ ਪ੍ਰੀਖਿਆ ਦੌਰਾਨ ਕਿਰਪਾਨ 'ਤੇ ਰੋਕ ਲੱਗੀ। ਦਿੱਲੀ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਕੀ ਭਾਰਤੀ ਕਾਨੂੰਨ ਦੇ ਅਧੀਨ ਕੁਝ ਇਸ ਤਰ੍ਹਾਂ ਦੀ ਰੋਕ ਹੈ ਜਾਂ ਵਾਜਬ ਹੈ ਜਾਂ ਕੀ ਹੈ? ਨਹੀਂ ਜਸਵੀਰ ਜੀ, ਗੱਲ ਇੱਦਾਂ, ਅੱਜ ਨਾ ਮੈਨੂੰ ਸੁਬਾਹ ਇੱਕ ਨਿਹੰਗ ਸਿੰਘ ਨੇ ਪਟਿਆਲੇ ਤੋਂ, ਉਹਨਾਂ ਦੀ ਕਾਲ ਆਈ ਅਤੇ ਉਹ ਸ਼ਸਤਰ ਬਣਾਉਂਦੇ ਨੇ ਜੋ ਅੱਗੇ ਸੰਗਤਾਂ ਨੂੰ ਵੇਚਦੇ ਨੇ, ਅਤੇ ਜੋ ਉਹ ਕਿਰਪਾਨਾਂ ਬਣਾਉਂਦੇ ਨੇ ਅਤੇ ਹੋਰ ਕਾਫੀ ਤਰ੍ਹਾਂ ਦੇ ਸ਼ਸਤਰ ਬਣਾਉਂਦੇ ਨੇ। ਉਹਨਾਂ ਨੇ ਮੈਨੂੰ ਆਖਿਆ ਵੀ ਉਹਨਾਂ ਦਾ ਇੱਕ ਨਿੱਜੀ ਦੋਸਤ ਸੀ ਜੋ ਕੱਲ੍ਹ ਇੱਕ ਬੈਂਕ 'ਚ ਜਾਂਦਾ ਸੀ, ਤਾਂ ਉਹਦੇ ਕੋਲੇ ਜੋ ਉਸਦੇ ਹੱਥ ਵਿੱਚ, ਉਹ ਨਿਹੰਗ ਸਿੰਘ ਹੈ ਅਤੇ ਉਸਦੇ ਹੱਥ 'ਚ ਉਸਦਾ ਸ਼ਸਤਰ ਸੀ, ਕਿਰਪਾਨ ਸੀ। ਤਾਂ ਜੋ ਬੈਂਕ ਦਾ ਸਿਕਿਉਰਿਟੀ ਗਾਰਡ ਸੀ ਉਹ ਵੀ ਅੰਮ੍ਰਿਤਧਾਰੀ ਸੀ। ਤਾਂ ਉਸਨੇ ਕਿਹਾ ਤੂੰ ਬੈਂਕ ਦੇ ਅੰਦਰ ਇਹ ਕਿਰਪਾਨ ਨਹੀਂ ਲੈ ਕੇ ਜਾ ਸਕਦਾ। ਤਾਂ ਉਹਨੂੰ ਮਜਬੂਰੀ ਸੀ, ਮੌਕੇ 'ਤੇ ਜਾਣਾ ਸੀ, ਅਤੇ ਉਹਨੂੰ ਫਿਰ ਨਮੋਸ਼ ਹੋ ਕੇ ਅੰਦਰ ਜਾਣਾ ਪਿਆ, ਸ਼ਸਤਰ ਪਾਸੇ ਰੱਖਣਾ ਪਿਆ। ਤਾਂ ਉਹਨੇ ਮੈਨੂੰ ਪੁੱਛਿਆ ਵੀ, ਮੈਂ ਕਿਹਾ, ਅਤੇ ਉਸ ਤੋਂ ਬਾਅਦ 'ਚ ਮੈਂ ਉਹਨਾਂ ਨਿਹੰਗ ਸਿੰਘ ਨੂੰ ਗੱਲ ਸਮਝਾਈ ਵੀ ਜੋ ਭਾਰਤ ਦਾ ਸੰਵਿਧਾਨ, ਮੈਂ ਜੋ ਕੈਮਰਾ ਵਾਲੇ ਭਰਾ ਨੇ ਉਹਨਾਂ ਨੂੰ ਕਹੂੰਗਾ ਇਸ 'ਤੇ ਮਾੜਾ ਜਿਹਾ ਫੋਕਸ ਕਰਨ, ਵੀ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੂੰਗਾ ਜੋ ਭਾਰਤ ਦਾ ਸੰਵਿਧਾਨ ਹੈ, ਇਸ ਦਾ ਜੋ ਆਰਟੀਕਲ 25 ਹੈ ਉਹ ਹੈ ਰਾਈਟ ਟੂ ਫਰੀਡਮ ਆਫ ਰਿਲੀਜਨ ਬਾਰੇ। ਇਹ ਆਰਟੀਕਲ 25 ਆਉਂਦਾ ਹੈ ਫਰੀਡਮ ਆਫ ਕੌਨਸ਼ੀਅੰਸ ਐਂਡ ਫਰੀ ਪ੍ਰੋਫੈਸ਼ਨ, ਪ੍ਰੈਕਟਿਸ ਐਂਡ ਪ੍ਰੋਪੋਗੇਸ਼ਨ ਆਫ ਰਿਲੀਜਨ। ਇਹਦਾ ਜੋ ਪਹਿਲਾ ਕਲੌਜ਼ ਹੈ ਉਹ ਆਉਂਦਾ ਸਬਜੈਕਟ ਟੂ ਪਬਲਿਕ ਆਰਡਰ, ਮੋਰੈਲਿਟੀ ਐਂਡ ਹੈਲਥ ਐਂਡ ਟੂ ਦ ਅਦਰ provisions of this part, all persons are equally entitled to freedom of conscience and the right freely to profess, practice and propagate religion। ਇਹ 17 ਆਂਦੀਆਂ ਨੇ ਵੀ ਜੋ ਹਰੇਕ ਬੰਦਾ ਉਹਨੂੰ ਬਰਾਬਰ ਦਾ ਹੱਕ ਹੈ ਵੀ ਉਹ ਆਪਦੇ ਜੋ ਧਰਮ ਦੇ ਵਿੱਚ ਪਰਪੱਖ ਹੋ ਸਕਦਾ, ਆਪਦੇ ਧਰਮ ਨੂੰ ਵਧਾ ਫਲਾ ਸਕਦਾ ਉਹ। ਤੇ ਇਸੇ ਆਰਟੀਕਲ 25 ਦਾ ਜੋ ਐਕਸਪਲੇਨੇਸ਼ਨ 1 ਹੈ ਉਹ ਕਹਿੰਦੀ ਹੈ ਵੀ ਦ ਵੇਅਰਿੰਗ ਐਂਡ ਕੈਰਿੰਗ ਆਫ ਕਿਰਪਾਨਸ ਸ਼ੈਲ ਬੀ ਡੀਮਡ ਟੂ ਬੀ ਇਨਕਲੂਡਡ ਇਨ ਦ ਪ੍ਰੋਫੈਸ਼ਨ ਆਫ ਦ ਸਿੱਖ ਰਿਲੀਜਨ। ਵੀ ਜੋ ਐਕਸਪਲੇਨੇਸ਼ਨ ਇੱਕ ਆਂਦੀ ਹੈ ਵੀ ਜੋ ਕਿਰਪਾਨ ਨੂੰ ਕੈਰੀ ਕਰਨਾ, ਲੈ ਕੇ ਜਾਣਾ ਆਪਦੇ ਨਾਲ, ਸਿੱਖ ਧਰਮ ਦਾ ਇੱਕ ਅੰਗ ਹੈ ਜਿਸ ਨੂੰ ਪਾਸੇ ਨਹੀਂ ਕੀਤਾ ਜਾ ਸਕਦਾ। ਅੱਛਾ। ਤੇ ਜਿਹੜੇ ਇਹ ਫੰਡਾਮੈਂਟਲ ਰਾਈਟ ਦਾ ਪਾਰਟ ਹੈ, ਜੋ ਬੇਸਿਕ ਰਾਈਟ ਨੇ, ਸੰਵਿਧਾਨਕ ਨੇ, ਫੰਡਾਮੈਂਟਲ ਰਾਈਟ 'ਤੇ ਕੋਈ ਰੋਕ ਲਾਉਣੀ ਹੋਵੇ, ਇਕੱਲੀ ਸਰਕਾਰ ਇੱਕ ਪਾਰਲੀਮੈਂਟ 'ਚ ਕਾਨੂੰਨ ਪਾਸ ਕਰਕੇ ਫੰਡਾਮੈਂਟਲ ਰਾਈਟ 'ਤੇ ਰੋਕ ਲਾ ਸਕਦੀ ਹੈ। ਵੈਸੇ ਫੰਡਾਮੈਂਟਲ ਰਾਈਟ 'ਤੇ ਰੋਕ ਨਹੀਂ ਲਾ ਸਕਦਾ। ਤੇ ਜੇ ਸਰਕਾਰ ਫੰਡਾਮੈਂਟਲ ਰਾਈਟ 'ਤੇ ਕੋਈ ਰੋਕ ਲਾਉਂਦੀ ਵੀ ਹੈ ਤਾਂ ਸੁਪਰੀਮ ਕੋਰਟ ਚਾਹਵੇ ਤਾਂ ਉਸ ਰੋਕ ਨੂੰ ਨਾਲ ਦੀ ਨਾਲ ਨਲ ਐਂਡ ਵੋਇਡ ਖਾਰਜ ਕਰ ਸਕਦੀ। ਤਾਂ ਫੰਡਾਮੈਂਟਲ ਰਾਈਟਸ ਜਿਹੜਾ ਆਰਟੀਕਲ 25 ਜਿਹਦਾ ਪਾਰਟ ਹੈ ਉਹ ਅਜਿਹਾ ਹਿੱਸਾ ਨੇ ਇੰਡੀਅਨ ਕੌਂਸਟੀਟਿਊਸ਼ਨ ਦਾ ਵੀ ਜਿਹਨੂੰ ਆਸਾਨੀ ਨਾਲ ਰੋਕ ਟੋਕ ਨਹੀਂ ਲਾਈ ਜਾ ਸਕਦੀ ਕਿਸੇ ਤੇ। ਤੇ ਅੱਜ ਤੁਸੀਂ ਦੇਖ ਲਓ, ਨਿੱਕੇ ਮੋਟੇ ਕਾਲਜਾਂ ਵਾਲੇ, ਯੂਨੀਵਰਸਿਟੀਜ਼ ਵਾਲੇ, ਨਿੱਕੇ ਮੋਟੇ ਬੈਂਕਾਂ ਵਾਲੇ ਰੋਕਾਂ ਲਾਈ ਜਾਂਦੇ ਨੇ, ਜਿਸ ਤੇ ਹੱਕ ਹੀ ਇਕੱਲਾ ਪਾਰਲੀਮੈਂਟ ਦਾ ਰੋਕ ਲਾਉਣ ਦਾ। ਆਹ ਨਿੱਕੇ ਮੋਟੇ ਤੁਸੀਂ ਲਾ ਲਓ, ਕੋਈ ਵੀ ਮੈਟਰੋ ਵਾਲੇ, ਦਿੱਲੀ ਮੈਟਰੋ ਤੇ ਕਿੰਨੀਆਂ ਵੀਡੀਓਜ਼ ਆਉਂਦੀਆਂ ਨੇ। ਇੱਕ ਜਿਹੜਾ ਸਿਕਿਉਰਿਟੀ ਗਾਰਡ ਸੀ ਉਹਨੂੰ ਸਿੱਖ ਨੌਜਵਾਨ ਨੂੰ ਜਾਣਬੁੱਝ ਕੇ ਉਹਨੂੰ ਤੰਗ ਪਰੇਸ਼ਾਨ ਕੀਤਾ, ਉਹਨੂੰ ਆਖਿਆ ਵੀ ਤੂੰ ਆਦੀ ਕਿਰਪਾਨ ਹੈ, ਛੋਟੀ ਕਿਰਪਾਨ ਸੀ, ਤੂੰ ਲੈ ਕੇ ਨਹੀਂ ਜਾ ਸਕਦਾ। ਮੈਂ ਵੀ ਇੱਕ ਪੇਪਰ ਦਿੱਤਾ ਸੀ ਜਿਸ ਦੇ ਵਿੱਚ ਜੋ ਬੰਦੇ ਦੇ ਦਿਮਾਗ ਤੇ ਪੇਪਰ ਦੇਣ ਦੇ ਦੌਰਾਨ ਕੋਈ ਵੀ ਕੰਪੀਟੀਸ਼ਨ ਦਾ ਐਗਜ਼ਾਮ ਹੋਏ, ਬਹੁਤ ਜ਼ਿਆਦਾ ਸਟ੍ਰੈਸ ਹੁੰਦਾ, ਉਹ ਸਟ੍ਰੈਸ 'ਚ ਸਿੱਖ ਨੌਜਵਾਨਾਂ ਨੂੰ ਆਖਿਆ ਜਾਂਦਾ ਤੁਸੀਂ ਆਦੀਆਂ ਕਿਰਪਾਨਾਂ ਲਾਓ, ਤੁਸੀਂ ਆਪਦੇ ਕੜੇ ਪਾਸੇ ਰੱਖੋ। ਜੋ ਵਿਦਰੋਹ ਕਰਦੇ ਨੇ ਇਸ ਚੀਜ਼ ਦਾ, ਉਹਨਾਂ ਦਾ ਪੇਪਰ ਰਹਿ ਜਾਂਦਾ। ਫਿਰ ਆਪਣੇ ਜਿਹੜੇ ਲੋਕ ਆਉਂਦੇ ਨੇ ਵੀ ਸਿੱਖ ਅਫਸਰ ਕਿਉਂ ਨਹੀਂ ਬਣ ਰਹੇ। ਤਾਂ ਤੁਸੀਂ ਦੇਖ ਲਓ, ਇੱਕ ਉਸ ਪੇਪਰ ਤੋਂ ਪਹਿਲਾਂ ਕਿ ਇਹੋ ਜਿਹਾ ਐਟਮੋਸਫੀਅਰ ਬਣਾਇਆ ਜਾਂਦਾ ਵੀ ਜਿਨ੍ਹਾਂ ਨੂੰ ਸਿੱਖਾਂ ਨੂੰ ਇੱਕ ਮੈਂਟਲ ਸਟ੍ਰੈਸ ਦੇ ਥੱਲੇ, ਉਹਨਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਮੈਂਟਲ ਸਟ੍ਰੈਸ ਥੱਲੇ ਲਿਆਇਆ ਜਾਵੇ। ਜੀ ਬਿਲਕੁਲ। ਤੇ ਤੁਸੀਂ ਦੇਖ ਲਓ, ਹਾਲਾਂਕਿ ਰੋਕ ਟੋਕ ਕੋਈ ਨਹੀਂ। 1989 ਦੇ ਵਿੱਚ, 1999 ਦੇ ਵਿੱਚ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਪਾਰਲੀਮੈਂਟ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਜਿੱਤੇ ਸੀ, ਤਾਂ ਉਦੋਂ ਜੇ ਦੇਖਿਆ ਜਾਵੇ ਨਾ, ਤਾਂ ਜਿਹੜੇ ਆਪਣੇ ਆਮ ਮਾਤੜ ਬੰਦੇ ਨੇ, ਜਿਹੜੇ ਨਲਾਇਕ ਕਿਸਮ ਦੇ ਇਨਸਾਨ ਨੇ, ਉਹ ਕਹਿੰਦੇ ਨੇ ਵੀ ਮਾਨ ਕਿਰਪਾਨ ਦਾ ਮੁੱਦਾ ਚੁੱਕ ਕੇ ਬਹਿ ਕੇ ਅੰਦਰ ਨਹੀਂ ਗਿਆ। ਉਹਨਾਂ ਨੂੰ ਪੁੱਛਣ ਵਾਲਾ ਉਹ ਹੋਵੇ, ਉਦੋਂ 1999 ਜਿਹੜੀ ਸਾਡੀ ਕੌਮ ਦੀ ਹੋਂਦ ਦੀ ਲੜਾਈ ਸੀ, ਉਹ ਜਿਹੜੀ ਕੌਮ ਸੀ ਸਾਡੀ ਇੱਕ ਯੂਨੀਕ ਆਈਡੈਂਟਿਟੀ ਲੜ ਰਹੀ ਸੀ। ਸਾਡੀ ਆਈਡੈਂਟਿਟੀ ਤੇ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ 1984 ਦੇ ਵਿੱਚ, ਤਾਂ ਉਹ ਕਿਰਪਾਨ ਛੱਡ ਕੇ ਜਾ ਕਿਵੇਂ ਸੀ ਸਕਦੇ। ਉਦੋਂ ਦੇ ਪਾਰਲੀਮੈਂਟ ਦੇ ਸਪੀਕਰ ਨੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੇ ਲਿਖਿਆ, ਸਪੀਕਰ ਜਦੋਂ ਪਾਰਲੀਮੈਂਟ 'ਚ ਉਹਨਾਂ ਨੂੰ ਕਿਰਪਾਨ ਲੈ ਕੇ ਜਾਣ ਤੋਂ ਮਨਾ ਕਰਦਾ, ਉਹਨਾਂ ਨੇ ਉਸ ਸਮੇਂ ਦੇ ਸਪੀਕਰ ਨੂੰ ਲਿਖਿਆ ਵੀ ਕਿਹੜੇ ਕਾਨੂੰਨ ਤਹਿਤ
ਕਿਹੜੀ ਧਾਰਾ ਤਹਿਤ ਤੁਸੀਂ ਮੈਨੂੰ ਕਿਰਪਾਨ ਲੈ ਕੇ ਜਾਣ ਤੋਂ ਰੋਕ ਰਹੇ ਹੋ, ਜਦੋਂ ਭਾਰਤ ਦਾ ਸੰਵਿਧਾਨ ਆਉਂਦਾ ਵੀ ਤੁਸੀਂ ਕਿਰਪਾਨ ਸਿਮਰਨਜੀਤ ਸਿੰਘ ਮਾਨ ਕਿਤੇ ਵੀ ਲੈ ਕੇ ਜਾ ਸਕਦਾ। ਉਸ ਗੱਲ ਨੂੰ ਅੱਜ 22 ਸਾਲ ਹੋ ਚੁੱਕੇ ਨੇ, ਹਾਲੇ ਤੱਕ ਉਹ ਸਪੀਕਰ ਦਾ ਕੋਈ ਜਵਾਬ ਨਹੀਂ ਆਇਆ ਪਾਰਲੀਮੈਂਟ 'ਚੋਂ ਵੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੂੰ ਕਿਹੜੀ ਧਾਰਾ ਕਿਹੜੇ ਕਾਨੂੰਨ ਤਹਿਤ ਪਾਰਲੀਮੈਂਟ 'ਚ ਕਿਰਪਾਨ ਨਹੀਂ ਲੈ ਕੇ ਜਾਣ ਦਿੱਤੀ, ਕਿਉਂਕਿ ਜਵਾਬ ਹੈ ਹੀ ਕੋਈ ਨਹੀਂ, ਜਦੋਂ ਕਾਨੂੰਨ ਹੀ ਕੋਈ ਨਹੀਂ, ਜੋ ਸਿੱਖਾਂ ਨੂੰ ਰੋਕ ਟੋਕ ਹੀ ਕੋਈ ਨਹੀਂ। ਤਾਂ ਇੱਕ ਨਾ ਜੀ ਇੱਕ ਗੱਲ ਹੈ ਵੀ ਜੋ ਭਾਰਤ 'ਚ ਆਂਦੇ ਨੇ ਵੀ ਭਾਰਤ 'ਚ ਰੂਲ ਆਫ ਲਾਅ ਹੈ, ਮੈਂ ਸਮਝਦਾ ਭਾਰਤ 'ਚ ਰੂਲ ਆਫ ਲਾਅ ਨਹੀਂ, ਭਾਰਤ 'ਚ ਲਾਅ ਆਫ ਰੂਲਰਸ ਹੈ। ਵੀ ਇੱਥੇ ਕੋਈ ਆਪਾਂ ਕਹੀਏ ਵੀ ਕਿਸੇ ਬੰਦੇ ਲਈ ਕੋਈ ਸੰਵਿਧਾਨ ਨਹੀਂ, ਜੋ ਹਾਕਮ ਨੇ ਕਹਿਤਾ, ਜੋ ਮੌਕੇ ਦੇ ਅਫਸਰ ਨੇ ਕਹਿਤਾ ਉਹੀ ਕੁਝ ਹੋਣਾ। ਮੌਕੇ ਦੇ ਅਫਸਰ ਨੇ ਕਹਿਤਾ ਵੀ ਤੁਸੀਂ ਇਸ ਬੰਦੇ ਨੂੰ ਜੇਲ੍ਹ ਤਸ਼ੱਦਦ ਕਰੋ, ਇਹਦੀਆਂ ਲੱਤਾਂ ਬਾਹਾਂ ਤੋੜ ਦਿਓ, ਇਹਦੇ ਕੇਸ ਕਰ ਦਿਓ, ਉਵੇਂ ਹੀ ਹੋਣਾ। ਮੌਕੇ ਦੇ ਲੀਡਰ ਨੇ ਕਹਿਤਾ ਵੀ ਜਿਹੜੇ ਸਿੱਖ ਸੰਗਤਾਂ ਸ਼ਾਂਤਮਈ ਬੈਠੀਆਂ ਨੇ ਇਹਨਾਂ ਤੇ ਗੋਲੀਆਂ ਚਲਾ ਦਿਓ, ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮੰਗਦੇ ਨੇ, ਉਹਨਾਂ ਦੇ ਕਤਲ ਹੀ ਹੋਣੇ ਆ ਉੱਥੇ। ਮੌਕੇ ਦੇ ਅਫਸਰ ਨੇ, ਮੌਕੇ ਦੇ ਲੀਡਰ ਨੇ ਕਹਿਤਾ ਵੀ ਤੁਸੀਂ ਦਿੱਲੀ ਦੇ ਗੁਰੂ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਨੂੰ ਉੱਪਰ ਉਛਾਲ ਕੇ ਅੱਗਾਂ ਲਾ ਦਿਓ, ਸਿੱਖਾਂ ਦੀਆਂ ਜਨਾਨੀਆਂ ਨੂੰ ਨੰਗੇ ਭਜਾਓ ਸੜਕਾਂ ਦੇ ਉੱਪਰ, ਇਹਨਾਂ ਦੀ ਬੇਇੱਜ਼ਤੀ ਕਰੋ, ਸਿੱਖ ਨੌਜਵਾਨਾਂ ਦੇ ਗਲਾਂ 'ਚ ਟਾਇਰ ਪਾਓ। ਜੇ ਮੌਕੇ ਦੇ ਲੀਡਰਾਂ ਨੇ ਕਹਿਤਾ ਤੇ ਉਹੀ ਹੋਣਾ। ਇੱਥੇ ਕਾਨੂੰਨ ਤਾਂ ਹੈ ਹੀ ਕੋਈ ਨਹੀਂ। ਜਿਹੜਾ ਕਾਨੂੰਨ ਸੰਵਿਧਾਨ ਨੂੰ ਤੋਂ ਬਾਹਰ ਹੈ, ਕਿ ਜਿਹੜਾ ਮੈਟਰੋ ਵਾਲਾ ਇੱਕ ਗਾਰਡ ਹੈ ਸੰਵਿਧਾਨ ਤੋਂ ਉੱਪਰ ਹੈ, ਜਿਹੜਾ ਪਾਰਲੀਮੈਂਟ ਹੈ ਉਹ ਵੀ ਸੰਵਿਧਾਨ ਦੇ ਥੱਲੇ ਹੈ, ਸੰਵਿਧਾਨ ਤੋਂ ਬਾਹਰ ਹੋ ਕੇ ਕੋਈ ਨਹੀਂ ਚੱਲ ਸਕਦਾ। ਤਾਂ ਹੀ ਇਸੇ ਸੰਵਿਧਾਨ ਤਹਿਤ, ਪਰ ਇਸੇ ਸੰਵਿਧਾਨ ਦੀ ਆੜ ਦੇ ਵਿੱਚ ਸਿੱਖਾਂ ਤੇ ਤਸ਼ੱਦਦਾਂ ਹੁੰਦੀਆਂ ਨੇ ਜੀ। ਕੋਈ ਕਾਨੂੰਨ ਇੱਕ ਕੋਈ ਫਲਾਈਟਾਂ ਵਾਲੇ ਕਹਿ ਦਿੰਦੇ ਨੇ ਸਿੱਖਾਂ ਨੂੰ, ਮੈਂ ਇੰਡੀਅਨ 에ਅਰਲਾਈਨਸ ਦੀ ਗਾਈਡਲਾਈਨ ਪੜ੍ਹੀ ਅੱਜ, ਉਹ ਕਹਿੰਦੇ ਨੇ ਵੀ ਜਿਹੜਾ ਸਿੱਖ ਆ ਉਹ ਸਿਰਫ 22 ਸੈਂਟੀਮੀਟਰ ਦੀ ਕਿਰਪਾਨ ਚੁੱਕ ਸਕਦਾ ਹੈ ਫਲਾਈਟ ਦੇ ਵਿੱਚ। ਇਹ ਫਲਾਈਟਾਂ ਵਾਲੇ ਕੌਣ ਹੁੰਦੇ ਨੇ? ਇਹ ਜਿਹੜੀ ਕਿਰਪਾਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤੀਆਂ ਨੇ। ਤਾਂ ਜਿਹੜਾ ਫਲਾਈਟਾਂ ਵਾਲਿਆਂ ਦੇ ਸੁਨਤ ਹੋਣੀ ਸੀ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਸ੍ਰੀ ਸਾਹਿਬ ਨਾ ਬਖਸ਼ਦੇ ਸਿੱਖਾਂ ਨੂੰ। ਅੱਜ ਇਹਨਾਂ ਦੇ ਜਿਹੜੇ ਚਿਹਰੇ ਨੇ ਨਾ, ਇਹ ਜਿਹੜੇ ਫਲਾਈਟਾਂ ਵਾਲੇ ਨੇ, ਮੈਟਰੋ ਵਾਲੇ ਨੇ, ਸਕੂਲਾਂ ਕਾਲਜਾਂ ਵਾਲੇ ਨੇ, ਅਫਗਾਨੀਆਂ ਨਾਲ ਰਲਨੇ ਸੀ ਇਹਨਾਂ ਦੇ ਚਿਹਰੇ। ਅਫਗਾਨੀਆਂ ਨੇ ਇਹਨਾਂ ਦੀ ਨਸਲ ਬਦਲ ਦੇਣੀ ਸੀ। ਕਿਤੇ ਮਹਾਰਾਜਾ ਰਣਜੀਤ ਸਿੰਘ ਨੇ ਸਰਕਾਰ ਇਹ ਖਾਲਸਾ ਬਣਾ ਕੇ ਜੋ ਸ਼ਸਤਰ ਨਾ ਚੁੱਕੇ ਹੁੰਦੇ ਤਾਂ। ਜੀ ਬਿਲਕੁਲ ਬਿਲਕੁਲ। ਤਾਂ ਮਹੱਤਵਪੂਰਨ ਜਾਣਕਾਰੀ ਵੀ ਹੈ। ਕਈ ਥਾਂ ਤੇ ਅਸੀਂ ਮੀਡੀਆ ਦੇ ਵਿੱਚ ਵਿਚਰਦੇ ਹਾਂ, ਰੋਜ਼ਾਨਾ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ। ਉਹ ਕਹਿੰਦਾ ਮੈਨੂੰ ਫਲਾਣੇ ਬੈਂਕ ਦੇ ਵਿੱਚ ਜਿਹੜਾ ਹੈਗਾ ਕਿਰਪਾਨ ਪਾ ਕੇ ਜਾਣ ਤੋਂ ਰੋਕ ਦਿੱਤਾ, ਮਾਲ ਦੇ ਵਿੱਚ ਕਿਰਪਾਨ ਪਾ ਕੇ ਜਾਣ ਤੋਂ ਰੋਕ ਦਿੱਤਾ। ਇੱਥੋਂ ਤੱਕ ਕਿ ਪਿਛਲੇ ਦਿਨੀ ਅੰਮ੍ਰਿਤਸਰ ਸਾਹਿਬ ਜਿਹੜਾ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਹੈ ਖਹਿਰਾ ਸਾਹਿਬ, 3 ਮਹੀਨੇ ਪਹਿਲਾਂ ਦੀ ਗੱਲ ਹੈ, ਉੱਥੇ ਇਹ ਰੂਲ ਪਾਸ ਹੋ ਗਿਆ ਸੀਗਾ, ਸਾਈਨ ਕਰਾਣੇ ਸੀ ਵੀ ਤੁਸੀਂ ਏਅਰਪੋਰਟ ਦੇ ਅੰਦਰ ਤੁਸੀਂ ਜੇ ਯਾਤਰੂ ਹੋ ਤੁਸੀਂ ਜਾ ਸਕਦੇ ਹੋ ਛੋਟੀ ਕਿਰਪਾਨ ਪਾ ਕੇ। ਉਹਨਾਂ ਦੇ ਜਿਹੜੇ EMPLOYE ਸੀਗੇ ਉਹਨਾਂ ਤੇ ਰੋਕ ਲਾਤੀ ਸੀ ਵੀ ਤੁਸੀਂ ਕਿਰਪਾਨ ਨਹੀਂ ਪਾ ਕੇ ਜਾ ਸਕਦੇ। ਫਿਰ ਮੁੱਦਾ ਉੱਭਰਿਆ, ਸ਼੍ਰੋਮਣੀ ਕਮੇਟੀ ਨੇ ਵੀ ਥੋੜ੍ਹਾ ਬਹੁਤਾ ਜ਼ੋਰ ਲਾਇਆ, ਫਿਰ ਆਖਰ ਨੂੰ ਜਿਹੜਾ ਹੈਗਾ ਉਸ ਚੀਜ਼ ਤੇ ਰੋਕ ਲੱਗੀ, ਜਾ ਕੇ ਸੈਂਟਰ ਸਰਕਾਰ ਤੱਕ ਰੌਲਾ ਪੈ ਗਿਆ ਸੀਗਾ। ਤਾਂ ਇਸ ਤਰ੍ਹਾਂ ਦੇ ਜਿਹੜੀਆਂ ਮਤਲਬ ਸ਼ਰਾਰਤਾਂ ਨੇ ਛੇੜੀਆਂ ਹੋ ਜਾਂਦੀਆਂ। ਹੁਣ ਦੇਖੋ ਕਾਨੂੰਨ ਆ ਤੁਹਾਡੇ ਹੱਥ 'ਚ, ਤੁਹਾਡੇ ਤੇ ਕੰਮ ਕਾਨੂੰਨ ਦੀ ਜਿਹੜੀ ਹੈਗੀ ਆ ਵਿੱਦਿਆ ਦੇਣਾ, ਅਦਾਲਤਾਂ ਦੇ ਵਿੱਚ ਕਾਨੂੰਨੀ ਕੇਸ ਲੜਨਾ। ਤਾਂ ਜੇ ਕਾਨੂੰਨ ਦੀ ਰਾਖੀ ਸਰਕਾਰਾਂ ਨਾ ਕਰਨਗੀਆਂ, ਕਾਨੂੰਨ ਦੀ ਰਾਖੀ ਜਿਹੜਾ ਸੰਵਿਧਾਨ ਦੀ ਪਾਲਣਾ ਸੰਵਿਧਾਨ ਵਾਲੇ ਨਾ ਕਰਨਗੇ, ਅਦਾਲਤਾਂ ਨਾ ਕਰਨਗੀਆਂ, ਜਾਂ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਨਾ ਕਰਨਗੇ, ਤੇ ਆਮ ਲੋਕ ਕਿੱਥੋਂ ਕਰਨਗੇ? ਨਹੀਂ ਦੇਖੋ ਜਸਵੀਰ ਜੀ, ਜੋ ਆਪਣੀ ਕੌਮ ਹੈ ਨਾ ਜੀ, ਇਹ ਜੁਝਾਰੂਆਂ ਦੀ ਕੌਮ ਹੈ, ਜੂਝਣ ਵਾਲੇ ਲੋਕਾਂ ਦੀ ਕੌਮ ਹੈ, ਸੰਘਰਸ਼ ਕਰਨ ਵਾਲਿਆਂ ਦੀ ਕੌਮ ਹੈ। ਆਪਾਂ ਦੇਖ ਲਓ ਪਿਛਲੇ 100 ਮੈਂ ਕਹੂੰਗਾ 70 ਸਾਲਾਂ ਤੋਂ 170-75 ਸਾਲਾਂ ਤੋਂ ਗੁਲਾਮੀ ਜਿਉਂਦੇ ਆ, ਪਰ ਜਿਹੜਾ ਕੌਮ ਦਾ ਜਜ਼ਬਾ ਹੈ, ਜੋ ਕੌਮੀਅਤ ਦੀ ਭਾਵਨਾ, ਉਹ ਸਾਡੇ ਜੋ ਸੀਨਿਆਂ 'ਚੋਂ ਗਾਇਬ ਨਹੀਂ ਹੈਗੀ, ਹਜੇ ਵੀ ਇੱਥੇ ਕੁੱਟ-ਕੁੱਟ ਕੇ ਭਰੀ ਹੋਈ। ਮੈਂ ਕਹਿਣਾ ਵੀ ਜਿਹੜੇ ਵੀ ਕਿਸੇ ਸਿੱਖ ਵਿਦਿਆਰਥੀ ਨੂੰ, ਨੌਜਵਾਨ ਨੂੰ, ਜਿਹੜੇ ਸਕੂਲਾਂ ਕਾਲਜਾਂ ਵਾਲੇ ਰੋਕਦੇ ਨੇ, ਤੁਸੀਂ ਆਪਦਾ ਟੈਨਸ਼ਨ ਨਹੀਂ ਲੈਣੀ, ਮੌਕੇ 'ਤੇ ਆਪਦਾ ਪੇਪਰ ਨਹੀਂ ਖਰਾਬ ਹੋਣ ਦੇਣਾ। ਉਹਨਾਂ ਬੰਦਿਆਂ ਦੀ ਵੀਡੀਓ ਬਣਾ ਲਓ, ਉਹਨਾਂ ਤੋਂ ਜਾਨ ਲਿਖਾ ਲਓ ਵੀ ਮੈਂ ਅੰਦਰ ਨਹੀਂ ਲੈ ਕੇ ਜਾ ਸਕਦਾ। ਜਿਹੜੇ ਬੰਦਿਆਂ ਨੂੰ ਮੈਟਰੋ 'ਚ ਲੈ ਕੇ ਜਾਣ, ਉਹਨੂੰ ਇੰਨੀ ਵੀਡੀਓ ਬਣਾ ਲਓ ਵੀ ਨਹੀਂ ਤੂੰ ਕਿਰਪਾਨ ਨਹੀਂ ਅੰਦਰ ਲੈ ਕੇ ਜਾ ਸਕਦਾ। ਉਹ ਬੈਂਕਾਂ ਵਾਲਿਆਂ ਦੀ ਵੀਡੀਓ ਬਣਾ ਲਓ, ਸਿਕਿਉਰਿਟੀ ਗਾਰਡ ਦੀ ਵੀਡੀਓ ਬਣਾ ਲਓ, ਉਹਨਾਂ ਫਲਾਈਟਾਂ ਵਾਲਿਆਂ ਦੀ ਬਣਾ ਲਓ। ਉਸ ਤੋਂ ਬਾਅਦ ਵਿੱਚ ਜੋ ਤੁਹਾਡੇ ਕੋਲ ਵੀਡੀਓ ਆ ਜਾਏ, ਤੁਹਾਡੇ ਕੋਲ ਸਬੂਤ ਆ ਜਾਏ, ਉਦੋਂ ਕੌਨਸਟੀਟਿਊਸ਼ਨਲੀ ਲੀਗਲੀ ਅਦਾਲਤਾਂ ਜਾਓ, ਉਹਨਾਂ ਬੰਦਿਆਂ ਦੇ 10-10 ਕਰੋੜ ਦੇ ਕੰਪਨਸੇਸ਼ਨ ਦੇ ਕੇਸ ਦਾਇਰ ਕਰੋ। ਜਦੋਂ ਇੱਕ ਅੱਧੀ ਵਾਰੀ ਇਹਨਾਂ ਨਾਲ ਹੋ ਗਿਆ, ਜਦੋਂ ਕੰਪਨਸੇਸ਼ਨ ਮਿਲ ਗਈ ਤੁਹਾਨੂੰ, ਬਾਅਦ ਚੋਂ ਇਹਨਾਂ ਨੇ ਇਹ ਜਿਹੜੀਆਂ ਦੂਜੇ ਹੈਗੇ ਨੇ, ਇਹਨਾਂ ਨੇ ਭੱਜਣਾ, ਇਹਨਾਂ ਨੇ ਖਲੋਣਾ ਨਹੀਂ ਕਿਤੇ। ਫਿਰ ਤੁਹਾਡੀਆਂ ਜਿਹੜੀਆਂ ਕਿਰਪਾਨਾਂ ਨੇ, ਇਹ ਪਾਰਲੀਮੈਂਟ ਦੇ ਅੰਦਰ ਵੀ ਕੌਨਸਟੀਟਿਊਸ਼ਨਲੀ ਸੰਵਿਧਾਨਕ ਤਰੀਕੇ ਨਾਲ ਜਾ ਸਕਣਗੀਆਂ। ਤੁਸੀਂ ਦੇਖੋ ਸੰਘਰਸ਼ ਕਰਨਾ ਪੈਣਾ, ਲੜਾਈ ਲੜਨੀ ਪੈਣੀ ਹੈ ਜੀ, ਅਦਾਲਤਾਂ ਥਰੂ ਤੁਹਾਨੂੰ ਲੜਨਾ ਪੈਣਾ। ਇਹ ਜਿਹੜੀ ਥੋੜੀ ਹੋਣ ਦੀ ਲੜਾਈ ਹੈ, ਆਈਡੈਂਟਿਟੀ ਦੀ ਲੜਾਈ, ਜਿਵੇਂ ਦੀਪ ਸਿੱਧੂ ਆਂਦਾ ਸੀ, ਇਹ ਤੁਹਾਨੂੰ ਲੜਨੀ ਪੈਣੀ ਹੈ। ਤੁਹਾਡੇ ਕੋਲੇ ਚਾਰਾ ਹੈ, ਸੰਵਿਧਾਨ ਹੈ,
ਕਾਨੂੰਨ ਹੈ, ਇਹਦੇ ਥਰੂ ਜਿਹੜਾ ਅਫਸਰ ਤੁਹਾਨੂੰ ਰੋਕਦਾ ਉਹਦੇ ਅਗੇਂਸਟ ਕੇਸ ਦਾਇਰ ਕਰੋ ਅਦਾਲਤਾਂ ਦੇ ਵਿੱਚ। ਇਹੀ ਇਹਨਾਂ ਕੋਲ ਰਾਸਤਾ ਹੈ। ਤੇ ਤੁਸੀਂ, ਮੈਂ ਤੁਹਾਨੂੰ ਕਹੂੰਗਾ ਇਹੀ ਕਰੋ, ਕਿਉਂਕਿ ਆਫਟਰ ਆਲ ਸਾਨੂੰ ਉਹਦੇ ਜੇ ਕਿਤੇ ਇਹਨਾਂ ਜਿਹੜੀਆਂ ਸਰਕਾਰਾਂ ਨੇ, ਇਹਨਾਂ ਨੇ ਲੱਚਰ ਗੀਤ ਬਣਾ ਕੇ ਨਸ਼ਾ ਫੈਲਾ ਕੇ ਸਾਡੇ ਚਿਹਰਿਆਂ ਤੋਂ ਦਾੜੀਆਂ ਤਾਂ ਗਾਇਬ ਕਰਤੀਆਂ। ਹੁਣ ਇਹ ਚਾਹੁੰਦੇ ਨੇ ਵੀ ਜਿਹੜੀ ਸਾਡੀ ਆਈਡੈਂਟੀਟੀਜ਼ ਨੇ ਸਾਰੀਆਂ ਖਤਮ ਕੀਤੀ ਜਾਵੇ। ਹੁਣ ਜੋ ਕਿਰਪਾਨ ਹੈ ਇਹਨੂੰ ਵੀ ਖਤਮ ਕਰ ਦਿਓ। ਜੋ ਸਿੱਖ ਹੈ ਡਰੇ ਵੀ ਜੇ ਮੈਂ ਕਿਤੇ ਬਾਹਰ ਜਾਣਾ, ਫਲਾਈਟ ਜਾਣਾ, ਕਿਰਪਾਨ ਹੈ ਮੈਂ ਲੈ ਕੇ ਨਹੀਂ ਜਾ ਸਕਦਾ, ਮੈਂ ਕਿਤੇ ਪੜ੍ਹਨ ਜਾਣਾ ਸਕੂਲੇ ਮੈਂ ਲੈ ਕੇ ਨਹੀਂ ਜਾ ਸਕਦਾ। ਜਿਹੜਾ ਕੜਾ ਹੈ ਨਾ, ਕੜਾ ਦਾ ਹੈ ਹੀ ਪ੍ਰੋਟੈਕਸ਼ਨ ਲਈ ਸੀ ਸ਼ੁਰੂ ਤੋਂ, ਇਸ ਨਾਲ ਕਿਸੇ ਨਾਲ ਮੈਂ ਵਾਰ ਵੀ ਨਹੀਂ ਕਰ ਸਕਦਾ, ਇਹਨੂੰ ਵੀ ਦੂਰ ਕਰਨ ਨੂੰ ਫਿਰਦੇ ਨੇ, ਇਹ ਵੀ ਲਾਉਂਦੇ ਨੇ। ਜਿਹੜਾ ਪੁਲਿਸ ਵਾਲਾ ਤੁਹਾਨੂੰ ਐਗਜ਼ਾਮੀਨੇਸ਼ਨ ਸੈਂਟਰ 'ਚ ਅੰਦਰ ਜਾਣ ਤੋਂ ਰੋਕਦਾ, ਉਹਦੀ ਵੀਡੀਓ ਬਣਾ ਲਓ, ਉਹਨੂੰ ਲਿਖਾ ਲਓ ਵੀ ਲਿਖ ਕੇ ਦੇ ਮੈਨੂੰ, ਮੈਂ ਲੈ ਕੇ ਨਹੀਂ ਜਾ ਸਕਦਾ, ਉਸ 'ਤੇ ਕੇਸ ਕਰੋ ਅਦਾਲਤ 'ਚ ਜਾ ਕੇ। ਬੈਂਕ ਵਾਲੇ ਸਿਕਿਉਰਿਟੀ ਗਾਰਡ 'ਤੇ ਕੇਸ ਕਰੋ, ਐਂ ਜੰਗ ਲੜੋ। ਕਿਉਂਕਿ ਜੇ ਤੁਹਾਡੀ ਕਿਤੇ ਗਲਤੀ ਨਾਲ ਵੀ ਆਇਡੈਂਟੀਫਿਕੇਸ਼ਨ ਨੂੰ ਤੁਸੀਂ ਭੁੱਲ ਗਏ, ਸਰਕਾਰਾਂ ਦੇ ਇਹਨਾਂ ਇਲੀਗਲ ਰੂਲਸ ਥੱਲੇ, ਇਹਨਾਂ ਗੈਰ ਕਾਨੂੰਨੀ ਜਿਹੜੇ ਉਹਨਾਂ ਦੇ ਇਰਾਦੇ ਨੇ ਇਹਨਾਂ ਥੱਲੇ ਆ ਗਏ, ਤਾਂ ਬਹੁਤੀ ਦੂਰ ਨਹੀਂ, ਤੁਹਾਡਾ ਖਾਤਮਾ ਬਹੁਤ ਛੇਤੀ ਹੋ ਜਾਣਾ। ਜੇ ਅਸੀਂ ਦਾਅਵਾ ਰੱਖ ਸਕਦੇ ਹਾਂ ਨਾ ਖਾਲਸਾ ਰਾਜ ਦਾ, ਉਹ ਦਾਅਵਾ ਸਾਡੀ ਹਿਸਟਰੀ ਨਾਲ, ਸਾਡੀ ਵਿਲੱਖਣਤਾ ਨਾਲ, ਇਹਨਾਂ ਚੀਜ਼ਾਂ ਦੇ ਬੇਸਿਸ ਤੇ, ਜਿਹੜੀ ਸਾਡੇ ਜੂਝਣ ਵਾਲੀ ਹਿਸਟਰੀ, ਇਹਨਾਂ ਚੀਜ਼ਾਂ ਦੇ ਬੇਸਿਸ ਦੀ ਖਾਲਸਾ ਰਾਜ ਦਾ ਦਾਅਵਾ ਰੱਖ ਸਕਦੇ ਹਾਂ। ਐਂ ਫੋਕੀਆਂ ਗੱਲਾਂ ਨਾਲ ਦਾਅਵੇ ਨਹੀਂ ਰੱਖ ਸਕਦੇ। ਤਾਂ ਲੜੋ, ਸੰਘਰਸ਼ ਕਰੋ, ਆਪਦੀ ਆਇਡੈਂਟੀਟੀ ਲਈ ਜੂਝੋ। ਇਹੀ ਮੇਰੀ ਬੇਨਤੀ ਸਾਰੇ ਦਰਸ਼ਕਾਂ ਨੂੰ। ਜੀ ਬਿਲਕੁਲ। ਤਾਂ ਇੱਕ ਗੱਲ ਤੁਹਾਡੀਆਂ ਗੱਲਾਂ 'ਚੋਂ ਮੇਰੇ ਚੇਤੇ ਆ ਗਈ, ਜਦੋਂ ਅਸੀਂ ਵਿਚਰਦੇ ਹੈਗੇ ਆ, ਕਿਤੇ ਧਰਨੇ ਹੁੰਦੇ ਜਾਂ ਕਿਤੇ ਮੀਟਿੰਗਸ ਹੁੰਦੀਆਂ ਕਿਤੇ ਵੱਡੇ ਦਫ਼ਤਰਾਂ ਦੇ ਵਿੱਚ, ਉੱਥੇ ਜਿਹੜੇ ਵੱਡੇ ਅਫਸਰ ਹੁੰਦੇ ਨਾ, ਸਾਨੂੰ ਉਹਨਾਂ ਦੇ ਗੁੱਟਾਂ ਦੇ ਵਿੱਚ ਕੜੇ ਬਹੁਤ ਘੱਟ ਨਜ਼ਰ ਆਉਂਦੇ ਆ। ਚਾਹੇ ਉਹ ਜਿਹੜੇ ਹੈਗੇ ਆ ਮਤਲਬ ਪ੍ਰਸ਼ਾਸਨਿਕ ਅਧਿਕਾਰੀ ਹੋਣ, ਜਾਂ ਖਾਸ ਕਰਕੇ ਪੁਲਿਸ ਮਹਿਕਮੇ ਦੇ ਵਿੱਚ ਜਿਹੜੇ ਵੱਡੇ ਅਫਸਰ, ਉਹਨਾਂ ਦੇ ਹੱਥਾਂ ਤੋਂ ਕੜੇ ਘੱਟ ਨਜ਼ਰ ਆਉਂਦੇ ਆ। ਤਾਂ ਕੀ ਮਤਲਬ ਹੁੰਦਾ ਹੈ ਉਹਨਾਂ ਦੇ, ਕਿ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਉਹਨਾਂ ਦੇ ਉੱਤੇ ਪਾਲਿਸ਼ ਫੇਰੀ ਜਾਂਦੀ ਹੈ, ਉਹਨਾਂ ਨੂੰ ਲੱਗੇ ਵੀ ਜ਼ਰੂਰੀ ਨਹੀਂ ਹੈਗੇ, ਜਾਂ ਕਿਉਂਕਿ ਇੱਕ ਪਾਸੇ ਤਾਂ ਕੌਮ ਹੋਂਦ ਦੀ ਲੜਾਈ ਲੜ ਰਹੀ ਹੈ। ਹੋਂਦ ਹੁਣ ਸਾਡੀ ਕਾਹਦੀ ਹੈ? ਹੋਂਦ ਤਾਂ ਇਹੀ ਹੁੰਦੀ ਨਾ, ਤੁਹਾਡੀ ਬਾਣੀ, ਤੁਹਾਡਾ ਬਾਣਾ, ਤੁਹਾਡੀ ਜਿਹੜੇ ਹੈਗੀ ਆ ਰਹਿਣੀ ਸਹਿਣੀ ਤੁਹਾਡੀ ਕੌਮ ਦੇ ਨਿਯਮਾਂ ਦੇ ਅਨੁਸਾਰ ਹੋਵੇ। ਜੇ ਉਹੀ ਪਛਾਣ ਹੈ, ਉਹੀ ਸਿੱਖ ਦੀ ਪਛਾਣ ਹੈ, ਹਿੰਦੂ ਦੀ ਪਛਾਣ ਵੱਖਰੀ ਹੈ, ਮੁਸਲਿਮ ਦੀ ਵੱਖਰੀ ਹੈ, ਈਸਾਈ ਦੀ ਵੱਖਰੀ ਹੈ, ਬੋਧੀ ਦੀ ਵੱਖਰੀ, ਜੈਨੀ ਦੀ ਵੱਖਰੀ ਹੈ, ਜੇ ਤੁਹਾਡੀ ਉਹੀ ਹੈ ਨਹੀਂ ਤੇ ਫਿਰ ਤਾਂ ਰੋਲ ਘਚੋਲਾ ਜਿਹਾ ਹੋ ਗਿਆ, ਮਿਕਸ ਵੈਜ ਹੋ ਗਈ। ਹਾਂਜੀ, ਨਹੀਂ ਸਹੀ ਗੱਲ ਹੈ। ਜੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ, ਇਹ ਹੋਂਦ ਬਖਸ਼ੀ ਹੈ। ਇੱਕ ਸਾਖੀ ਹੈ ਵੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਜਦੋਂ ਸ਼ਹੀਦੀ ਹੋਈ, ਤਾਂ ਜਦੋਂ ਸਿੱਖ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸਿਆ, ਤਾਂ ਉਹਨਾਂ ਨੇ ਆਖਿਆ ਵੀ ਕੀ ਉੱਥੇ ਹੋਰ ਕੋਈ ਨਹੀਂ, ਤੁਹਾਨੂੰ ਕੋਈ ਕਿਸੇ ਨੇ ਨਾ ਨਹੀਂ ਕਿਹਾ ਵੀ ਤੁਸੀਂ ਗਲਤ ਕਰ ਰਹੇ ਹੋ, ਮੁਗਲਾਂ ਨੂੰ ਉਂਗਲ ਨਹੀਂ ਚੁੱਕੀ? ਤਾਂ ਸਿੱਖਾਂ ਨੇ ਆਖਿਆ ਬੜੇ ਸੀ ਉੱਥੇ, ਪਰ ਸਾਨੂੰ ਪਛਾਣ ਨਹੀਂ ਆਈ ਵੀ ਸਿੱਖ ਕਿਹੜਾ ਸੀ ਉਹਨਾਂ 'ਚੋਂ, ਵੀ ਕਿਸੇ ਨੇ ਗੱਲ ਕੋਈ ਨਹੀਂ ਕੀਤੀ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਦੋਂ ਆਖਿਆ, ਮੈਂ ਅਜਿਹਾ ਖਾਲਸਾ ਸਿਰਜਣਾ ਜਿਹੜਾ 1.25 ਲੱਖ 'ਚੋਂ ਪਛਾਣਿਆ ਜਾਊਗਾ, ਲੱਖਾਂ ਕਰੋੜਾਂ 'ਚੋਂ ਪਛਾਣਿਆ ਜਾਊਗਾ। ਇਹ ਸਾਡੀ ਪਛਾਣ ਹੈ। ਜਦੋਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਸੀ ਸਰਦਾਰ ਕਪੂਰ ਸਿੰਘ, ਉਹਨਾਂ ਨੇ ਲਿਖਿਆ ਸੀ ਵੀ ਸਾਨੂੰ ਸਿੱਖ ਹੋਮਲੈਂਡ ਕਿਉਂ ਚਾਹੀਦਾ। 1966 'ਚ ਹਰਮੰਦਰ ਸਾਹਿਬ ਤੇ ਅਟੈਕ ਨਹੀਂ ਜੀ ਹੋਇਆ ਸੀ ਉਦੋਂ, ਤਾਂ ਉਦੋਂ ਇਹ ਗੱਲ ਨਹੀਂ ਸੀ ਵੀ ਸਾਨੂੰ ਜੋ ਕੌਮੀ ਘਰ ਅਲੱਗ ਚਾਹੀਦਾ। ਸਰਦਾਰ ਕਪੂਰ ਸਿੰਘ ਨੇ ਆਖਿਆ ਸੀ ਅਸੀਂ ਕੋਈ ਤਕਸੀਮ ਨਹੀਂ ਚਾਹੁੰਦੇ ਹਿੰਦੁਸਤਾਨ, ਅਸੀਂ ਚਾਹੁੰਦੇ ਇੱਕ ਅਜਿਹਾ ਖਿੱਤਾ ਹੋਵੇ ਜਿੱਥੇ ਜਿਹੜੀ ਸਿੱਖ ਨੇ ਇੱਕ ਆਜ਼ਾਦੀ ਦਾ ਨਿੱਘ ਮਾਣ ਸਕਣ, ਜਿੱਥੇ ਉਹਨਾਂ ਦੀ ਵਿਲੱਖਣਤਾ, ਜੋ ਸਾਡੀ ਵਿਲੱਖਣ ਸੋਚ ਹੈ, ਜੋ ਸਾਡੀ ਵਿਲੱਖਣ ਪਛਾਣ ਆ, ਉਹਦੀ ਜੋ ਰੱਖਿਆ ਹੋ ਸਕੇ। 1947 'ਚ ਨਹਿਰੂ ਨੇ ਇਸੇ ਵਾਅਦੇ ਕੀਤੇ ਤੁਹਾਨੂੰ ਇੱਕ ਸਿੱਖ ਹੋਮਲੈਂਡ ਦੇਵਾਂਗੇ। ਇਹ ਆਰਟੀਕਲ ਵੀ ਸਿੱਖਾਂ ਲਈ ਉਦੋਂ ਪਾਇਆ ਗਿਆ। ਤੇ ਪਰ ਅੱਜ ਹੀ ਇਸ ਜਿਹੜਾ ਆਰਟੀਕਲ ਹੈ ਸੰਵਿਧਾਨ ਦਾ, ਇਹ ਅਨੁਛੇਦ ਹੈ, ਇਸ ਦੀ ਕੋਈ ਪਾਲਣਾ ਨਹੀਂ ਕਰ ਰਿਹਾ। ਤੇ ਤੁਸੀਂ ਦੇਖ ਲਓ ਇਸੇ ਪਰ ਜਿਹੜਾ ਇਹ ਆਰਟੀਕਲ 25 ਹੈ ਨਾ ਜੀ, ਇਸੇ ਥਰੂ ਹੀ ਆਖਿਆ ਜਾਂਦਾ ਵੀ ਜਿਹੜੇ ਜੈਨ ਨੇ, ਬੁੱਧ ਨੇ ਤੇ ਸਿੱਖ ਨੇ, ਉਹ ਹਿੰਦੂਆਂ ਦਾ ਪਾਰਟ ਹੈ। ਇਹੀ ਆਰਟੀਕਲ 25 ਹੀ ਜੋ ਸਿੱਖਾਂ ਦੀ ਜੋ ਵਿਲੱਖਣਤਾ ਹੈ, ਜੋ ਯੂਨੀਕ ਆਈਡੈਂਟੀਟੀ ਹੈ, ਉਹਦੇ ਅਗੇਂਸਟ ਜਾਂਦਾ ਹੈ, ਉਹਨੂੰ ਹਿੰਦੂ ਧਰਮ ਦਾ ਪਾਰਟ ਆਉਂਦਾ। ਤੇ ਇਸ ਚੀਜ਼ 'ਤੇ ਵੀ ਆਪਾਂ ਨੂੰ ਬਹੁਤ ਜ਼ਿਆਦਾ ਸੋਚ ਵਿਚਾਰ ਕਰਨ ਦੀ ਆਪਾਂ ਨੂੰ ਲੋੜ ਹੈ। ਤਾਂ ਜਿਹੜਾ ਆਰਟੀਕਲ 25 ਹੈ, ਧਾਰਾ 25 ਹੈ, 25 ਦੇ ਵਿੱਚ ਹੀ ਇਹ ਉਸ ਚੀਜ਼ ਨੂੰ ਤਾਂ ਮੰਨਦੇ ਆ ਵੀ ਸਿੱਖ ਹਿੰਦੂਆਂ ਦਾ ਹਿੱਸਾ ਹੈ, ਪਰ ਇਹਨੂੰ ਨਹੀਂ ਮੰਨਦੇ ਵੀ ਸਿੱਖ ਕਿਤੇ ਵੀ ਕਿਰਪਾਨ ਕੈਰੀ ਕਰ ਸਕਦਾ, ਜਿੰਦਾ ਕੋਈ ਸਾਈਜ਼ ਨਹੀਂ ਮੈਂਸ਼ਨ, ਕੋਈ ਕੁਛ ਨਹੀਂ ਮੈਂਸ਼ਨ। ਦੇਖੋ ਬਿਲਕੁਲ ਸਹੀ ਗੱਲ ਹੈ ਜੀ। ਤੁਸੀਂ ਦੇਖ ਲਓ ਵੀ ਜਿਹੜੇ ਬੜੇ ਨਲਾਇਕ ਕਿਸਮ ਦੇ ਇਨਸਾਨ ਨੇ, ਉਹ ਵੀਡੀਓ ਪਾਉਂਦੇ ਆ ਵੀ ਜਿਹੜੇ ਸਿੱਖ ਨੇ ਸਾਡਾ ਪਾਰਟ ਨੇ। RSS ਨੇ ਇੱਕ ਰਾਸ਼ਟਰੀ ਸਿੱਖ ਸੰਗਠਨ ਗਰੁੱਪ ਵੀ ਬਣਾਇਆ, ਜਿਸ ਚਰਚਾ ਹੁੰਦੀ ਹੈ ਵੀ ਜਿਹੜਾ ਸਿੱਖ ਹੈ, ਇਹ ਪੰਥ ਹੈ, ਹਿੰਦੂ ਧਰਮ ਦਾ ਪੰਥ ਹੈ, ਉਹ ਲਾਗੂ ਵੀ ਇਸ ਸੰਵਿਧਾਨ ਦੇ ਐਕਸਪਲੇਨੇਸ਼ਨ 2 ਦੇ ਥਰੂ ਕਹਿੰਦੇ। ਮੈਂ ਤੁਹਾਨੂੰ ਐਕਸਪਲੇਨੇਸ਼ਨ 2 ਜੇ ਤੁਸੀਂ ਕਹਿੰਦੇ ਪੜ੍ਹ ਕੇ ਵੀ ਸੁਣਾ ਦੇਣਾ ਕੀ ਕਹਿੰਦੀ ਐਕਸਪਲੇਨੇਸ਼ਨ ਨੰਬਰ 2। Explanation 2 ਆਉਂਦੀ ਹੈ ਵੀ the reference to Hindus shall be construed as including a reference to persons professing the Sikh, Jaina or Buddhist religion
ਐਂਡ ਦ ਰੈਫਰੈਂਸ ਟੂ ਹਿੰਦੂ ਰਿਲੀਜੀਅਸ ਇੰਸਟੀਟਿਊਸ਼ਨਸ ਸ਼ੈਲ ਬੀ ਕੰਸਟਰੂਡ ਅਕੋਰਡਿੰਗਲੀ। ਵੀ ਇਹਦਾ ਮਤਲਬ ਹੈ ਜੇ ਹਿੰਦੂ ਧਰਮ ਦਾ ਜਿੱਥੇ ਵੀ ਸੰਵਿਧਾਨ ਦੇ ਵਿੱਚ ਜਾਂ ਇਸ ਧਾਰਾ ਦੇ ਵਿੱਚ ਹਿੰਦੂ ਧਰਮ ਲਿਖਿਆ ਗਿਆ ਤਾਂ ਉੱਥੇ ਮਤਲਬ ਹੈ ਵੀ ਉਹ ਇਨਕਲੂਡ ਕਰਦਾ ਸਿੱਖ ਧਰਮ ਨੂੰ, ਜੈਨ ਨੂੰ, ਬੁੱਧ ਧਰਮ ਨੂੰ। ਤੇ ਜਿੱਥੇ ਹਿੰਦੂ ਧਰਮ ਸਥਾਨਾਂ ਦੀ ਗੱਲ ਕਹੀ ਗਈ ਹੈ ਉੱਥੇ ਹੀ ਜਿਹੜੇ ਇਨਕਲੂਡ ਕਰਦਾ ਸਿੱਖ, ਜੈਨ ਤੇ ਬੁੱਧ ਧਰਮ ਸਥਾਨ ਦਾ। ਮਤਲਬ ਇਸੇ ਆਰਟੀਕਲ ਦੇ ਥਰੂ ਕੱਲ ਨੂੰ ਇਹ ਵੀ ਆਖ ਸਕਦੇ ਜੋ ਹਰਮੰਦਰ ਸਾਹਿਬ ਹੈ ਵੀ ਹਿੰਦੂਆਂ ਦਾ ਹੀ ਇੱਕ ਧਰਮ ਸਥਾਨ ਹੈ, ਹਾਲਾਂਕਿ ਸਾਰਿਆਂ ਲਈ ਸਾਂਝ ਹੈ, ਪਰ ਜੋ ਇੱਕ ਸਿੱਖਾਂ ਦੀ ਪਛਾਣ ਤਾਂ ਹੈ ਨਾ ਜੀ ਉਹ। ਬਿਲਕੁਲ ਬਿਲਕੁਲ। ਤਾਂ ਇਸੇ 25/20 ਦੀ ਜਿਹੜੀ ਹੈਗੀ ਹੈ ਉਹ ਤਬਦੀਲੀ ਦਾ ਵੀ ਜਿਹੜਾ ਲਗਾਤਾਰ ਸਿੱਖ ਜਿਹੜੇ ਹੈਗੇ ਆ ਉਦੋਂ ਤੋਂ ਲੈ ਕੇ ਜਦੋਂ ਤੋਂ ਭਾਰਤੀ ਕਾਨੂੰਨ ਬਣਿਆ 25 ਧਾਰਾ ਦਾ ਜਿਹੜੀ ਹੈਗੀ ਵਿਰੋਧਤਾ ਵੀ ਸਿੱਖ ਲਗਾਤਾਰ ਕਰਦੇ ਰਹੇ ਨੇ। ਪਰ ਇੱਕ ਵੱਖਰੀ ਗੱਲ ਵੀ ਉਹ ਅਜੇ ਤੱਕ ਨਹੀਂ ਹੋਈ, ਪਰ ਉਸ ਤੋਂ ਵੱਖਰੀ ਗੱਲ ਵੀ ਇਸੇ ਧਾਰਾ 25 ਦੇ ਅਧੀਨ ਹੀ ਇਹ ਸਿੱਖਾਂ ਨੂੰ ਅਧਿਕਾਰ ਹੈ ਵੀ ਉਹ ਆਪਦੀ ਕੈਰੀ ਕਰਨ ਵਾਲੀ ਕਿਰਪਾਨ, ਕੈਰੀ ਦੇ ਵਿੱਚ ਕੋਈ ਸਾਈਜ਼ ਨਹੀਂ ਮੈਂਸ਼ਨ, ਕੋਈ ਚਾਹੇ 3 ਫੁੱਟੀ ਹੋਵੇ, ਕੋਈ ਸਾਈਜ਼ ਨਹੀਂ, ਚਾਹੇ ਜਿੱਡੀ ਮਰਜ਼ੀ ਹੋਵੇ। ਹਾਂ ਹਾਂ ਜੀ। ਕਿਰਪਾਨ ਹੈ, ਕਿਰਪਾਨ ਦੀਆਂ ਕਿੰਨੀਆਂ ਵੇਰੀਏਸ਼ਨਸ ਆਉਂਦੀਆਂ ਨੇ ਜੀ। ਮੈਨੂੰ ਨਿਹੰਗ ਸਿੰਘ ਦੱਸ ਰਹੇ ਸੀ ਵੀ ਜਿਹੜਾ ਖੰਜਰ ਹੈ ਉਹ ਵੀ ਕਿਰਪਾਨ ਦੀ ਵੇਰੀਏਸ਼ਨ ਹੈ, ਜਿਹੜਾ ਖੰਡਾ ਹੁੰਦਾ ਉਹ ਵੀ ਕਿਰਪਾਨ ਦੀ ਵੇਰੀਏਸ਼ਨ ਹੈ, ਕਿਤੇ ਮੈਂਸ਼ਨ ਹੀ ਕੁਝ ਨਹੀਂ ਪਾਰਟਿਕੂਲਰ। ਤਾਂ ਸਿੱਖ ਤਾਂ ਜੋ ਅੰਮ੍ਰਿਤਧਾਰੀ ਸਿੱਖ ਹੈ, ਜੋ ਸਿੱਖ ਧਰਮ ਨੂੰ ਪੂਰਨ ਤਰੀਕੇ ਨਾਲ ਮੰਨਦਾ, ਕੁਝ ਵੀ ਨਿਹੰਗ ਸਿੰਘ ਕੈਰੀ ਕਰ ਸਕਦੇ ਆ। ਜੀ ਬਿਲਕੁਲ। ਪਰ ਫਿਰ ਵੀ ਨਿਹੰਗ ਸਿੰਘਾਂ ਤੋਂ ਜਿਹੜੇ ਸਿੰਘ ਅੰਮ੍ਰਿਤ ਛਕਦੇ ਨੇ, ਚਲੋ ਹੁਣ ਅਸੀਂ ਤੇ ਅੰਮ੍ਰਿਤ ਬੇਸ਼ੱਕ ਛਕਿਆ ਪਰ ਸਾਡੀ ਰਹਿਣੀ ਬਹਿਣੀ ਸਾਡੇ 'ਚ ਬਾਣਾ ਨਹੀਂ ਹੈਗਾ, ਤਾਂ ਨਿਹੰਗ ਸਿੰਘਾਂ ਤੋਂ ਛਕਣ ਵਾਲੇ ਜਿਹੜੇ ਅੰਮ੍ਰਿਤ ਨੇ ਉਹਨਾਂ ਇਨਸਾਨਾਂ ਨੂੰ, ਉਹਨਾਂ ਸਿੱਖਾਂ ਨੂੰ ਨਿਹੰਗ ਸਿੰਘ ਇੱਕ ਵੱਖਰਾ ਲਾਇਸੈਂਸ ਦਿੰਦੇ ਆ। ਉਹ ਲਾਇਸੈਂਸ ਜਿਹੜਾ ਭਾਰਤੀ ਕਾਨੂੰਨ ਅਧੀਨ ਨਹੀਂ, ਉਹ ਖਾਲਸੇ ਦੇ ਕਾਨੂੰਨ ਅਧੀਨ ਆਉਂਦਾ। ਉਹਦੇ 'ਚ ਤੁਸੀਂ ਵਰਸ਼ਾ, ਵੱਡੀ ਸ਼੍ਰੀ ਸਾਹਿਬ, ਇੱਕ ਨਾਗਨੀ, ਕੁਝ ਸ਼ਸਤਰ ਜਿਹੜੇ ਹੈਗੇ ਉਹਨਾਂ ਤੁਸੀਂ ਰੱਖ ਸਕਦੇ ਹੋ। ਔਰ ਉਹੀ ਉਹ ਇਸ ਕਾਨੂੰਨ ਦੇ ਵਿੱਚ ਉਦੋਂ ਤੋਂ ਚੱਲਿਆ ਆ ਰਿਹਾ। ਇਹ ਕਾਨੂੰਨ ਦੇ ਵਿੱਚ ਰੇਲ ਦੇ ਵਿੱਚ ਨਿਹੰਗ ਸਿੰਘ ਮੁਫਤ ਸਫ਼ਰ ਕਰਦੇ ਰਹੇ ਨੇ, ਹੈ ਨਾ। ਹੁਣ ਹੌਲੀ ਹੌਲੀ ਜਿਹੜਾ ਹੈਗਾ ਉਹ ਸਿੱਖਾਂ ਨੂੰ ਹੋਰ ਥੋੜ੍ਹਾ ਘੁੱਟਣ ਮਹਿਸੂਸ ਕਰਾਉਣ ਦੇ ਵਾਸਤੇ ਪੰਜਾਬ ਦੇ ਵਿੱਚ ਹੀ ਪੇਪਰਾਂ ਦੇ ਵਿੱਚ ਤੁਸੀਂ ਕਿਰਪਾਨ ਨਹੀਂ ਲਿਜਾ ਸਕਦੇ, ਕੜੇ ਦੇ ਟੇਪ ਵੇਟੋ ਕਿਆ ਇਹਨ 'ਤੇ ਜ਼ਹਿਰ ਲੱਗਿਆ ਜਾਂ ਇਹਨ 'ਤੇ ਕੋਈ ਹੋਰ ਲੱਗਿਆ ਜਿਹੜਾ ਪੇਪਰ ਖਰਾਬ ਕਰ ਦੂਗਾ। ਸਿਰਫ ਇੱਕ ਕੋਸ਼ਿਸ਼ ਹੈਗੀ ਹੈ ਵੀ ਸਿੱਖਾਂ ਨੂੰ ਇਹ ਲੱਗੇ ਵੀ ਹਾਂ ਯਾਰ ਇਹ ਲਾਹ ਦੀਏ ਕੀ ਵੇ ਤਾਂ ਫਾਇਦਾ ਵੀ ਕੀ ਹੈ, ਤਾਂ ਘੱਟੋ ਘੱਟ ਲੋਕਾਂ ਨੂੰ ਮਹਿਸੂਸ ਕੀਤਾ ਜਾਵੇ, ਪੰਜਾਬ ਦੀ ਅਗਲੀ ਜਵਾਨੀ ਨੂੰ, ਸਿੱਖਾਂ ਦੀ ਅਗਲੀ ਪੀੜ੍ਹੀ ਨੂੰ ਇਹ ਮਹਿਸੂਸ ਹੋਣ ਲਾ ਦਿਓ ਵੀ ਇਹਨਾਂ ਚੀਜ਼ਾਂ ਦੀ ਕੋਈ ਫਾਇਦਾ ਨਹੀਂ ਹੈਗਾ, ਇਹਨਾਂ ਦੀ ਲੋੜ ਨਹੀਂ ਹੈਗੀ। ਔਰ ਪੰਜਾਬ ਦੇ ਕੁਝ ਨਿਕੰਮੇ ਸਰਕਾਰ ਦੀ ਜਿਹੜਾ ਹੈਗਾ ਛਤਰਛਾਇਆ ਹੇਠ ਪਲਣ ਵਾਲੇ ਸਾਧ ਜਿਹੜੇ ਆ ਉਹ ਡਰੈਸਾਂ ਵੱਖਰੀਆਂ ਵੱਖਰੀਆਂ ਪਾ ਕੇ ਠੁਮਕ ਚੱਲਣ ਵਾਲੇ ਸਾਧ ਨੇ, ਉਹ ਵੀ ਕਹਿ ਦਿੰਦੇ ਨੇ ਵੀ ਹਥਿਆਰਾਂ ਦੀ ਲੋੜ ਕੋਈ ਨਹੀਂ। ਔਰ ਆਪਣੇ ਨਾਲ ਬੇਸ਼ੱਕ ਉਹਨਾਂ ਨੇ ਜਿਹੜਾ ਹੈਗਾ ਉਹ 12-12 ਲੱਖ ਵਾਲੇ ਹਥਿਆਰਾਂ ਵਾਲੇ ਜਿਹੜੇ ਆ ਉਹ ਸਿਕਿਉਰਿਟੀ ਗਾਰਡ ਖਿਲਾਏ ਹੋਣ, ਤਾਂ ਲੜਾਈ ਹੁੰਦੀ ਆ। ਸਿੱਖ ਪੰਥ ਦੀ ਹੋਂਦ ਜਿਹੜੀ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਤੋਂ ਉਦੋਂ ਸ਼ੁਰੂ ਹੋ ਗਈ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਪੰਡਤ ਦਾ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਬੇਸ਼ੱਕ ਸਿੱਖਾਂ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਨੇ ਜੰਨੂ ਦੀ ਖਾਤਰ ਸ਼ਹਾਦਤ ਦਿੱਤੀ, ਇਹ ਨਹੀਂ ਵੀ ਜੰਨੂ ਪਿਆਰਾ ਲੱਗਦਾ, ਇਹ ਕਿ ਅਸੀਂ ਧੱਕੇ ਨਾਲ ਕਿਸੇ ਦਾ ਧਰਮ ਤਬਦੀਲ ਨਹੀਂ ਹੋਣ ਦਿਆਂਗੇ। ਅੱਜ ਉਹੀ ਜਿਨ੍ਹਾਂ ਦਾ ਉਸ ਵਕਤ ਜਿਹੜਾ ਹੈਗਾ ਜਨੇਊ ਧੱਕੇ ਨਾਲ ਲਾਇਆ ਜਾ ਰਿਹਾ ਸੀ, ਉਹ ਸਿੱਖਾਂ ਦੇ ਧਰਮ ਤਬਦੀਲ ਕਰਨ ਦੀਆਂ ਗੱਲਾਂ ਕਰ ਰਹੇ ਨੇ। ਹੋਰ ਤੁਸੀਂ ਖਰਾ ਸਮਝ ਜਾਂਦੇ ਕੀ ਕਹੋਗੇ? ਤੇ ਮੈਂ ਇੱਕ ਹੋਰ ਗੱਲ ਇਹ ਕਹਿਣਾ ਚਾਹਾਂਗਾ ਵੀ ਆਰਟੀਕਲ ਧਾਰਾ ਜੋ 25 ਹੈ ਸੰਵਿਧਾਨ ਦੀ, ਉੱਥੇ ਕਿਤੇ ਨਹੀਂ ਲਿਖਿਆ ਨਿਹੰਗ ਸਿੰਘ ਸ਼ਬਦ ਨਹੀਂ ਵਰਤਿਆ ਜਾਂ ਸਹਿਜਧਾਰੀ ਸਿੱਖ ਨਹੀਂ ਵਰਤਿਆ ਜੀ। ਉੱਥੇ ਸਿੱਖ ਧਰਮ ਵਰਤਿਆ, ਚਾਹੇ ਮੈਂ ਪੂਰਨ ਤੌਰ ਤੇ ਸਿੱਖ ਨਹੀਂ ਪਰ ਮੈਂ ਸਿੱਖ ਪਰਿਵਾਰ 'ਚ ਮੇਰਾ ਜਨਮ ਹੋਇਆ, ਚਾਹੇ ਮੇਰੇ ਜੋ ਕੇਸਾਂ ਦੇ ਪੱਖ ਤੋਂ ਮੈਂ ਪੂਰਨ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਸਿੱਖ ਧਰਮ 'ਚ ਮੇਰਾ ਪੂਰਾ ਮੈਂ ਮੰਨਦਾ, ਸਿੱਖ ਗੁਰੂਆਂ ਤੋਂ ਇਲਾਵਾ ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ, ਹੈ ਨਾ ਜੀ। ਤੇ ਫਿਰ ਉੱਥੇ ਪਰ ਫਿਰ ਵੀ ਜਿਹੜੀਆਂ ਸਰਕਾਰਾਂ ਨੇ ਉਹ ਇਹ ਆਂਦੀਆਂ ਨੇ ਵੀ ਜੇ ਥੋੜਾ ਬਹੁਤਾ ਸ਼ਸਤਰ ਜੇ ਕਿਸੇ ਨੂੰ ਚੱਕਣਾ ਨਿਹੰਗ ਸਿੰਘ ਹੀ ਚੱਕ ਸਕਦੇ ਨੇ, ਬਾਕੀ ਸਿੱਖ ਕਿਉਂ ਨਹੀਂ ਚੱਕ ਸਕਦੇ। ਤੇ ਇਸ ਚੀਜ਼ ਦੇ ਬਹੁਤ ਜ਼ਿਆਦਾ ਆਪਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਸਮੁੱਚੇ ਪੰਥ ਨੂੰ ਇੱਕ ਛਤਰ ਛਾਇਆ ਥੱਲੇ ਆਉਣ ਦੀ ਲੋੜ ਹੈ। ਤੇ ਜਿਹੜੇ ਸਾਡੇ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਬਣੇ ਨੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਉਹਨਾਂ ਨੇ ਵੀ ਇੱਥੋਂ ਤੱਕ ਇਹ ਮੁੱਦਾ ਚੁੱਕਿਆ ਸੀ। ਮੈਂ ਉਹਨਾਂ ਦੀ ਸਪੀਚ ਦੇਖ ਰਿਹਾ ਸਾਂ, ਇੱਕ ਇਲੈਕਸ਼ਨ ਨਾਲ ਪਹਿਲਾਂ ਕਾਫੀ ਵਾਇਰਲ ਹੋਈ ਸੀ ਵੀ ਮੇਰੇ ਹਿਸਾਬ ਨਾਲ ਜਦੋਂ ਰਾਮ ਜੇਠ ਮਲਾਨੀ ਇੰਡੀਆ ਦੇ ਲਾਅ ਮਿਨਿਸਟਰ ਸੀ ਤਾਂ ਮਾਨ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਧਾਰਾ 25 ਹੈ ਸਿੱਖਾਂ ਨੂੰ ਅਲੱਗ ਕਰੋ, ਵੀ ਇਹ ਉਹੀ ਧਾਰਾ ਜਿਹਨਾਂ ਸਾਡਾ ਜੋ ਸੰਘੀ ਘੁੱਟੀ ਜਾ ਰਹੀ ਹੈ, ਇਹੀ ਧਾਰਾ ਜਿਹਨਾਂ ਸਾਡੀ ਆਇਡੈਂਟੀਟੀ ਨੂੰ ਖਤਮ ਕੀਤੀ ਜਾ ਸਕਦੀ ਹੈ। ਤਾਂ ਉੱਥੇ ਰਾਮ ਜੇਠ ਮਲਾਨੀ ਨੇ ਕਿਹਾ ਸੀ ਵੀ ਇਹ ਕਦੇ ਨਹੀਂ ਹੋ ਸਕਦਾ, ਕੁਐਸਚਨ ਹੀ ਨਹੀਂ ਹੋ ਸਕਦਾ ਵੀ ਅਸੀਂ ਇਹਨਾਂ ਨੂੰ ਅਲੱਗ ਕਰ ਦਈਏ, ਸਿੱਖ ਤੇ ਜੋ ਹਿੰਦੂ ਧਰਮ 'ਚ ਉਹਨਾਂ ਨੂੰ ਕੱਢ ਦਈਏ। ਤੇ ਰਾਮ ਜੇਠ ਮਲਾਨੀ ਕਿਹਦਾ ਮੰਤਰੀ ਸੀ? ਭਾਜਪਾ ਸਰਕਾਰ ਦਾ। ਅੱਜ ਉਸੇ ਭਾਜਪਾ ਦੀ ਜਿਹੜਾ ਨਰਿੰਦਰ ਮੋਦੀ ਹੈ ਉਹ ਸਿੱਖਾਂ ਦਾ ਇੱਕ ਜਿਹੜਾ ਜਾਦੀ ਜੇ ਸਿੱਖ ਨੇ, ਬਣਾਵਟੀ ਜੇ ਰਾਸ਼ਟਰਵਾਦੀ ਸਿੱਖ ਮੈਂ ਕਹੂੰਗਾ, ਉਹਨਾਂ ਦਾ ਵਫਦ ਬਣਾ ਕੇ ਆਪਦੇ ਨਾਲ ਗਲਵੇ 'ਚ ਲੈ ਕੇ ਫੋਟੋਆਂ ਖਿਚਾ ਕੇ ਕਹਿੰਦਾ ਮੈਂ ਸਿੱਖਾਂ ਦਾ ਜਿਹੜਾ ਇੱਕ ਚਹੇਤਾ ਹੈ ਮੈਂ। ਤਾਂ ਤੁਸੀਂ ਦੇਖ ਲਓ ਇੱਥੇ ਸਾਡਾ ਕੋਈ ਚਹੇਤਾ ਨਹੀਂ, ਸਾਡਾ ਚਹੇਤਾ ਉਹੀ ਹੈ ਵੀ ਜਿਹੜਾ ਇਸ ਧਾਰਾ 'ਚੋਂ ਸਿੱਖਾਂ ਨੂੰ ਬਾਹਰ ਕੱਢ ਕੇ ਵਿਲੱਖਣਤਾ ਦੇਣ ਦਾ ਚਾਹਵਾਨ ਹੋਊਗਾ, ਉਹ ਹੈ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ। ਤਾਂ ਮੈਨੂੰ ਲੱਗਦਾ ਉਹਨਾਂ ਨੂੰ ਫਿਰ ਤੋਂ ਸਮੁੱਚੀ ਕੌਮ ਨੂੰ ਉਹਨਾਂ ਦੇ ਮਗਰ ਲੱਗ ਕੇ ਇਹ ਇਸ਼ੂ ਹੈ ਜੋ ਸਿੱਖਾਂ ਨੂੰ ਆਰਟੀਕਲ 25 ਚੋਂ ਕੱਢ ਕੇ ਇੱਕ ਅਲੱਗ ਧਰਮ ਬਣਾਉਣ ਦਾ ਜੋ ਇਹ
ਧਰਮ ਯੁੱਧ ਮੋਰਚਾ ਉਹ ਮੁੜ ਤੋਂ ਜੋ ਸ਼ੁਰੂ ਕਰਨਾ ਚਾਹੀਦਾ ਹੈ। ਧਰਮ ਯੁੱਧ ਮੋਰਚੇ ਦੀ ਵੀ ਇੱਕ ਕੰਡੀਸ਼ਨ ਸੀ, ਸੰਤਾਂ ਨੇ ਵੀ ਗੱਲ ਚੁੱਕੀ ਸੀ ਵਾਰੀ ਵਾਰੀ। ਇਹ ਜੀ ਬਿਲਕੁਲ। ਤਾਂ ਅੱਜ ਤੋਂ ਬਾਅਦ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ, ਤੁਹਾਨੂੰ ਭਾਰਤ ਦੇ ਵਿੱਚ ਕਿਤੇ ਵੀ ਬਾਹਰਲੇ ਮੁਲਕਾਂ 'ਚ ਤੇ ਰੋਕ ਟੋਕ ਹੈ ਹੀ ਨਹੀਂ। ਭਾਰਤ ਦੇ ਵਿੱਚ ਕਿਤੇ ਵੀ ਤੁਹਾਨੂੰ ਜੇ ਤੁਹਾਡੇ ਰਵਾਇਤੀ ਸ਼ਸਤਰ ਨਿਹੰਗ ਸਿੰਘਾਂ ਨੂੰ, ਕਿਸੇ ਅੰਮ੍ਰਿਤਧਾਰੀ ਸਿੱਖ ਨੂੰ ਉਹ ਲਿਜਾਣ ਤੋਂ ਜਾਂ ਕਿਸੇ ਸਿੱਖ ਨੂੰ ਕੜਾ ਪਾ ਕੇ ਪੇਪਰ ਕਰਨ ਤੋਂ ਰੋਕਿਆ ਜਾਂਦਾ, ਤਾਂ ਤੁਸੀਂ ਜਿਸ ਤਰ੍ਹਾਂ ਵਕੀਲ ਸਾਹਿਬ ਨੇ ਦੱਸਿਆ ਹੈਗਾ, ਮਨੁੱਖੀ ਅਧਿਕਾਰ ਕਮਿਸ਼ਨ ਦਲ ਖਾਲਸਾ ਵੱਲੋਂ ਪੰਜਾਬ ਦੇ ਮੁਖੀ ਨੇ, ਤਾਂ ਤੁਸੀਂ ਉਸ ਤਰੀਕੇ ਦੇ ਨਾਲ ਵੀਡੀਓਗ੍ਰਾਫੀ ਕਰੋ, ਅਦਾਲਤ ਦਾ ਸਹਾਰਾ ਲੈ ਕੇ ਲੀਗਲ ਤੌਰ ਤੇ, ਕਾਨੂੰਨੀ ਤੌਰ ਤੇ ਧਾਰਾ 25 ਦਾ ਜਿਹੜਾ ਉਹ ਅਧਿਆਏ ਹੈਗਾ ਉਹਦੀ ਜਿਹੜਾ ਹੈਗਾ ਉਹ ਹਮਾਇਤ ਦੇ ਨਾਲ, ਉਹਦੇ ਹਵਾਲੇ ਦੇ ਨਾਲ ਤੁਸੀਂ ਆਪਣਾ ਜਿਹੜਾ ਹੈਗਾ ਉਹ ਕਾਨੂੰਨੀ ਲੜਾਈ ਜਿਹੜੀ ਆ ਉਹ ਲੜ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖਦੇ ਰਹੋ ਪੰਜਾਬ ਕੇ ਟੀਵੀ। ਵੀਡੀਓ ਜਰਨਲਿਸਟ ਅਰਸ਼ਪਿੰਦਰ ਸਿੰਘ ਨਾਲ ਜਸਵੀਰ ਸਿੰਘ।